जिन सिरिया तिने सवारिया, तन तन रामदास गुर, तन तन रामदास गुर। जिन सिरिया तिने सवारिया, जिन सिरिया तिने सवारिया, तन तन रामदास गुर, तन तन रामदास गुर। बोलो जिन सवारिया, जिन सिरिया तिने सवारिया, तन तन रामदास गुर, तन तन रामदास गुर। संगत बोले जी जिन सिरिया, पूरी होई करामात, पूरी होई करामात, पूरी होई करामात, पूरी होई करामात। आप सिरजनहारे तारिया, आप सिरजनहारे तारिया, जिन सिरिया तिने सवारिया, जिन सिरिया तिने सवारिया, तन तन रामदास गुर, तन तन रामदास गुर। संगत बोले जिन सिरिया, तन तन रामदास गुर, तन तन रामदास गुर। बोलो सारे जिन सिरिया, वाह वाह जिन सिरिया, तन तन रामदास गुर, तन तन रामदास गुर। सिखियते संगति, सिखियते संगति, पार ब्रह्म कर नमस्कारिया, पार ब्रह्म कर कारिया, जिन सिरिया
ਸਵਾਰਿਆ ਜਿਨ ਸਿਰਿਆ ਤਿਨੇ ਸਵਾਰਿਆ ਧੰਨ ਧੰਨ ਰਾਮਦਾਸ ਗੁਰ ਧੰਨ ਰਾਮਦਾਸ ਗੁਰੂ ਬੋਲੋ ਭੈਣਾ ਬੋਲੋ ਜਿਨ ਸਿਰੇ ਸਾਰੀਆਂ ਭੈਣਾਂ ਜਿਨ ਸਿਰੇ ਧੰਨ ਧੰਨ ਰਾਮਦਾਸ ਗੁਰੂ ਧੰਨ ਧੰਨ ਰਾਮਦਾਸ ਗੁਰੂ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਸਾਰੇ ਬੋਲੋ ਧੰਨ ਗੁਰੂ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਸਾਰੇ ਨੀਚੇ ਬੋਲ ਰਹੇ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਹਾਂ ਜਿਨ ਸਿਰਿਆ ਤਿਨੇ ਸਵਾਰਿਆ ਜਿਨ ਸਿਰਿਆ ਧੰਨ ਧੰਨ ਰਾਮਦਾਸ ਗੁਰ ਧੰਨ ਧੰਨ ਰਾਮਦਾਸ ਗੁਰੂ ਬੋਲੋ ਸਾਰੇ ਜਿਨ ਸਿਰੇ ਜਿਨ ਸਿਰੇ ਧੰਨ ਧੰਨ ਰਾਮਦਾਸ ਗੁਰੂ ਧੰਨ ਧੰਨ ਰਾਮਦਾਸ ਗੁਰੂ ਅਟਲ ਅਥਾ ਅਤੁਲ ਤੂੰ ਤੇਰਾ ਅੰਤ ਨ ਪਾਰਾਵਾਰਿਆ ਜਿਨੀ ਤੂੰ ਸੇਵਿਆ ਭਾਉ ਕਰ ਜਿਨੀ ਤੂੰ ਸੇਵਿਆ ਜਿਨੀ ਤੂੰ ਸੇਵਿਆ ਪਾਉ ਕਰ ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ ਲੱਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਭ ਪਰਵਾਰਿਆ ਤਨ ਸੋ ਤੇਰਾ ਥਾਨ ਹੈ ਤਨ ਸੋ ਤੇਰਾ ਤਨ ਹੈ ਤਨ ਸੋ ਤੇਰਾ ਤਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈ ਸਕਾਰਿਆ ਨਾਨਕ ਤੂੰ ਲੈਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ ਗੁਰ ਡਿਠਾ ਤਾਂ ਮਨ ਸਾਧਾਰਿਆ ਗੁਰ ਡਿਠਾ ਤਾਂ ਮਨ ਸਾਧਾਰਿਆ ਜਿਨ ਸਿਰਿਆ ਤਿਨੇ ਸਵਾਰਿਆ ਜਿਨ ਸਿਰਿਆ ਤਿਨੇ ਸਵਾਰਿਆ
ਰਾਮਦਾਸ ਗੁਰ ਧੰਨ ਧੰਨ ਰਾਮਦਾਸ ਗੁਰ ਬੋਲੋ ਸੰਗਤ ਬੋਲੋ ਜਿਨ ਸੀਰੇ ਧੰਨ ਧੰਨ ਰਾਮਦਾਸ ਗੁਰ ਧੰਨ ਧੰਨ ਰਾਮਦਾਸ ਗੁਰ ਵਾਹਿਗੁਰੂ 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 ਬੋਲੋ ਵਾਹਿਗੁਰੂ 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 ਸੰਗਤ ਬੋਲੋ ਆ ਘੜੀਆਂ ਲੱਭਣੀਆਂ ਵਾਹਿਗੁਰੂ ਵਾਹਿਗੁਰੂ ਕੌਣ ਹੈ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਬੋਲੋ ਸੰਗਤ ਬੋਲੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਬੋਲੋ ਵਾਹਿਗੁਰੂ 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 ਜੁੜ ਜਾਓ ਵਾਹਿਗੁਰੂ 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 ਜਿਨ ਸਿਰਿਆ ਤਿਨੇ ਸਵਾਰਿਆ ਜਿਨ ਸਿਰਿਆ ਤਿਨੇ ਸਵਾਰਿਆ ਧੰਨ ਧੰਨ ਰਾਮਦਾਸ ਗੁਰ ਧੰਨ ਧੰਨ ਰਾਮਦਾਸ ਬੋਲੋ ਸੰਗਤ ਬੋਲੋ ਜੀ ਜਿਨ ਸਿਰਿਆ ਜਿਨ ਸਿਰਿਆ ਧੰਨ ਧੰਨ ਰਾਮਦਾਸ ਗੁਰ ਧੰਨ ਧੰਨ ਰਾਮਦਾਸ ਗੁਰ ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੇ ਖਿਣ ਜੈ ਸਤਿਗੁਰ ਸਿਮਰੰਤ ਹਿਰਦੇ ਹਰ ਨਾਮ ਦਿਨੋ ਦਿਨ
ਜੈ ਸਤਿਗੁਰ ਸਿਮਰੰਤ ਰਿੱਧ ਸਿਧ ਨਾਮ ਨਿਧ ਪਾਵੈ। ਜੈ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੇ। ਸੋਈ ਰਾਮਦਾਸ ਗੁਰ ਬਲ ਭੰਨ ਮਿਲ ਸੰਗਤ ਤਨ ਤਨ ਕਰੋ। ਜੈ ਸਤਿਗੁਰ ਲਗ ਪ੍ਰਭ ਪਾਈਏ। ਜੈ ਸਤਿਗੁਰ ਲਗ ਪ੍ਰਭ ਪਾਈਏ। ਸੋ ਸਤਿਗੁਰ ਸਿਮਰੋ ਨਰੋ। ਸੋ ਸਤਿਗੁਰ ਸਿਮਰੋ ਨਰੋ। ਸੋਈ ਰਾਮਦਾਸ ਗੁਰ ਬਲ ਭੰਨ ਮਿਲ ਸੰਗਤ ਧਨ ਧਨ ਕਰੋ। ਮਿਲ ਸੰਗਤ ਧਨ ਧਨ ਕਰੋ। ਜਿਨ ਸਿਰਿਆ ਤਿਨ ਸਵਾਰਿਆ। ਜਿਨ ਸਿਰਿਆ ਤਿਨ ਸਵਾਰਿਆ। ਧੰਨ ਧੰਨ ਰਾਮਦਾਸ ਗੁਰ। ਧੰਨ ਧੰਨ ਰਾਮਦਾਸ ਗੁਰ। ਬੋਲੋ ਸਾਰੇ ਬੋਲੋ। ਜਿਨ ਸਿਰੇ ਵਾਹ ਵਾਹ। ਜਿਨ ਸਿਰਿਆ ਧੰਨ ਰਾਮਦਾਸ ਗੁਰ। ਧੰਨ ਧੰਨ ਰਾਮਦਾਸ ਗੁਰ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਸੰਗਤ ਬੋਲੋ। ਧੰਨ ਗੁਰੂ। ਸਾਰੇ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਬੋਲੋ ਸੰਗਤ। ਵਾਹ ਵਾਹ। ਵਾਹਿਗੁਰੂ 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 ਸਾਰੇ ਨਹੀਂ ਜੇ ਬੋਲ ਰਹੇ। ਵਾਹਿਗੁਰੂ 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 ਵਾਹਿਗੁਰੂ। ਸੰਗਤ ਜਪੇ। ਵਾਹਿਗੁਰੂ 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 ਵਾਹਿਗੁਰੂ। ਬੈਠਾ ਸੋਢੀ ਪਾਤਸ਼ਾਹ ਵਾਹਿਗੁਰੂ 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 ਰਾਮਦਾਸ। ਸਤਿਗੁਰੂ ਕਹਾਵੇ ਪੂਰਣ ਤਾੜ ਕਟਾਇਆ। ਅੰਮ੍ਰਿਤ ਸਰ ਵਿੱਚ ਜੋਤ ਜਗਾਵੇ। ਅੰਮ੍ਰਿਤ ਸਰ ਵਿੱਚ ਜੋਤ
ਵਾਹਿਗੁਰੂ 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 ਜਿਨ ਸਿਰਿਆ ਤਿਨੇ ਸਵਾਰਿਆ ਜਿਨ ਸਿਰਿਆ ਤਿਨੇ ਸਵਾਰਿਆ ਤਨ ਤਨ ਰਾਮਦਾਸ ਗੁਰੇ संगत बोले जी जिन सिरे जिन सिरिया तन तन ਰਾਮਦਾਸ ਗੁਰੂ तन तन ਰਾਮਦਾਸ दास गुरु ਧੰਨ ਗੁਰ ਰਾਮਦਾਸ ਰੱਖੀ ਗਰੀਬ ਦੀ ਲਾਜ ਨਾ ਕਰੀ ਕਿਸੇ ਦਾ ਮੋਹਤਾਜ ਧੰਨ ਗੁਰੂ ਰਾਮਦਾਸ ਰੱਖੀ ਗਰੀਬ ਦੀ ਲਾਜ ਨਾ ਕਰੀ ਕਿਸੇ ਦਾ ਮੋਹਤਾਜ ਸਾਰੇ ਬੋਲੋ ਧੰਨ ਗੁਰੂ ਧੰਨ ਗੁਰੂ ਰਾਮਦਾਸ ਰੱਖੀ ਗਰੀਬ ਦੀ ਲਾਜ ਨਾ ਕਰੀ ਕਿਸੇ ਦਾ ਮੋਹਤਾਜ ਉਹ ਨਾ ਕਰੀ ਕਿਸੇ ਦਾ ਮੋਹਤਾਜ 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 ਬੋਲੋ ਧੰਨ ਗੁਰੂ ਰਾਮਦਾਸ ਰੱਖੀ ਗਰੀਬ ਦੀ ਲਾਜ ਨਾ ਕਰੀ ਕਿਸੇ ਦਾ ਮੋਹਤਾਜ ਸਾਰੇ ਬੋਲੋ ਧੰਨ ਗੁਰੂ ਵਾਹ ਵਾਹ सगल द्वार को छाड़ के ਸਗਲ ਦੁਆਰ ਕੋ ਛੱਡ ਕੇ ਛੱਡ ਕੇ गयो तुम्हारो द्वार बाएं गए की लाज आस गोविंद दास तुहार धन गुरु रामदास रखी गरीब दिला ना करी किसे दा मोहताज सारे बोलो धन गुरु ना करी किसे हमें अवगुण भरे एक गुण नाई अमृत छाड़ बिखे बिख खाई
माया मोह भरम पै फूले सुतदारा स्यों प्रीत लगाई। एक उत्तम पंथ सुनियो गुर संगत तैं मिलत जम त्रास मिटाई। एक अरदास अरदास पाठ की रत की। गुर रामदास राखो शरनाई। बोलो धन गुरु रामदास रखी गरीब दिला ना करी किसे दा मोहताज। सारे बोलो रखी गरी ना कहीं किसे। वाहिगुरु 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 वाहिगुरु। सारे जपी जाओ वाहिगुरु 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 मेरे वाहिगुरु 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 वाहिगुरु। सारे नीचे बोल रहे वाहिगुरु 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 वाहिगुरु। जुड़ जाओ संगत ज्यादा आवाज घट है। वाहिगुरु 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 वाहिगुरु। सारे वाहिगुरु 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 वाहिगुरु। धन गुरु रामदास रखी गरीब दिलाज ना करी किसे दा मोहताज। धन गुरु बाबा रखी गरीब दिलाज ना करी किसे। बोलो सारे धन गुरु वाह वाह ना करी किसे ना करी किसे दावा ना करी किसे मोहताज। सारी संगत गुरु रामदास जी दे प्यार विच एक बारी सारे रसना पवित्र करो। गज के आखो जी सतनाम श्री वाहिगुरू। अज 20 तरीक है, कल 21 ते परसों 22 अक्तूबर गुरु रामदास जी दे पवित्र पुरब वाला दिन है। वो आप अकाल पुरख दा रूप सन। सिखी यते संगति पार ब्रह्म कर नमस्कारिया। वो आप हरि ने आप रब ने। गुरु अर्जन देव जी कहते रब नूं बाहर ना लभो, रब दरबार साहब बैठा है। आखो उन्हें अपना नाम रामदास रखवा लिया। हर जीओ नाम परेओ
ਰਾਮਦਾਸ। ਆਪਾਂ ਇੱਥੇ ਸ਼ਾਹਜਹਾਨਪੁਰ ਬੈਠੇ ਹਾਂ ਤੇ ਸਾਰੇ ਸੁਰਤੀ ਨਾਲ ਹਾਜ਼ਰੀ ਲਾਇਓ, ਭਾਵਨਾ ਬਣਾਓ ਕਿ ਦਰਬਾਰ ਸਾਹਿਬ ਬੈਠੇ ਆ। ਆਖੋ ਸਾਰੇ, ਆਖੋ ਜੀ। ਸਾਰੀ ਸੰਗਤ ਹੱਥ ਜੋੜੋ, ਨੇਤਰ ਕਰੋ ਬੰਦ, ਕਰੋ ਸੁਰਤੀ ਨਾਲ ਦਰਸ਼ਨ ਹਰਿਮੰਦਰ ਸਾਹਿਬ ਦੇ। ਭਾਵਨਾ ਬਣਾਓ ਤੇ ਫਿਰ ਆਖੋ ਸਤਨਾਮ। ਸੁਰਤੀ ਦੀ ਹਾਜ਼ਰੀ ਵੀ ਪ੍ਰਮਾਣ ਹੈ। ਮਾਤਾ ਰਾਧਾ ਬਾਈ ਹੁੰਦੇ ਸੀ ਸਿੰਧੀਆਂ ਵਿੱਚੋਂ, ਉਲਾਸਨਗਰ ਬੰਬੇ ਰਹਿੰਦੇ ਸਨ। ਉਹਨਾਂ ਦੇ ਕੀਰਤਨੀਏ ਸਨ ਭਾਈ ਗੁਰਦਾਸ ਸਿੰਘ ਜੀ। ਇੱਕ ਦਿਨ ਆਪਣੇ ਕੀਰਤਨੀਏ ਨੂੰ ਬੁਲਾਇਆ, ਟਾਈਮ ਨਹੀਂ ਸੀ ਹੈਗਾ ਕੀਰਤਨ ਦਾ। ਇੱਕ ਟਾਈਮ ਹੁੰਦਾ ਨਾ ਵੀ ਸਵੇਰੇ ਕੀਰਤਨ ਹੋਣਾ, ਰਾਤੀ ਹੋਣਾ, ਲੋਡੇ ਵੇਲੇ ਦਾ ਟਾਈਮ ਸੀ। ਕਹਿੰਦੇ ਕੀਰਤਨੀਆਂ ਨੂੰ ਬੁਲਾਓ, ਰਾਗੀਆਂ ਨੂੰ ਬੁਲਾਇਆ। ਭਾਈ ਗੁਰਦਾਸ ਸਿੰਘ ਜੀ ਦਾ ਜੱਥਾ ਸੀ ਤੇ ਉਹਨੂੰ ਕਹਿੰਦੇ ਬਹਿ ਤੇ ਸ਼ਬਦ ਪੜ੍ਹ, ਗੁਰੂ ਰਾਮਦਾਸ ਰਾਖੋ ਸ਼ਰਨਾਈ। ਤੇ ਆਪ ਮਾਰ ਲਿਆ ਚੌਂਕੜਾ। ਉਹਨੇ ਇੱਕ ਵਾਰੀ ਸ਼ਬਦ ਪੜ੍ਹਿਆ, 15 ਮਿੰਟ ਲੱਗੇ। ਜਦੋਂ ਸ਼ਬਦ ਦਾ ਭੋਗ ਪਿਆ ਤੇ ਮਾਤਾ ਰਾਧਾ ਬਾਈ ਜੀ ਦਾ ਚੌਂਕੜਾ ਵੱਜਿਆ ਹੋਇਆ। ਉਹਨੇ ਦੂਜੀ ਵਾਰੀ ਪੜ੍ਹਿਆ, ਤੀਜੀ ਵਾਰੀ ਪੜ੍ਹਿਆ, 4-5 ਵਾਰੀ ਉਹ ਸ਼ਬਦ ਪੜ੍ਹਿਆ। ਘੰਟਾ ਸਵਾ ਘੰਟਾ ਲੱਗ ਗਿਆ। ਜਦੋਂ ਮਾਤਾ ਜੀ ਨੇ ਨੇਤਰ ਖੋਲ੍ਹੇ ਤੇ ਸੁਣਿਓ, ਇੱਧਰ ਇੱਕੋ ਸ਼ਬਦ ਉਹਨੂੰ ਹੁਕਮ ਸੀ ਵੀ ਗੁਰੂ ਰਾਮਦਾਸ ਰਾਖੋ। ਸਾਰੇ ਬੋਲੋ, ਗੁਰੂ ਰਾਮਦਾਸ। ਤੇ ਜਦੋਂ ਮਾਤਾ ਜੀ ਨੇ ਚੌਂਕੜਾ ਖੋਲ੍ਹਿਆ, ਉਹਨੇ ਭੋਗ ਪਾਇਆ। ਕਹਿੰਦਾ ਮਾਤਾ ਜੀ ਤੁਸੀਂ ਨੇਤਰ ਬੰਦ ਕਰ ਲਏ, ਮੇਰਾ ਸ਼ਬਦ 10 ਮਿੰਟ 'ਚ ਭੋਗ ਪੈ ਗਿਆ ਸੀ, ਮੈਂ 4-5 ਵਾਰੀ ਪੜ੍ਹਿਆ। ਮਾਤਾ ਜੀ ਕਹਿੰਦੇ ਗੁਰਦਾਸ ਸਿਆਂ ਤੈਨੂੰ ਨਹੀਂ ਪਤਾ, ਤੇਰੇ ਕੀਰਤਨ ਦੇ ਦੌਰਾਨ ਅਸੀਂ ਦਰਬਾਰ ਸਾਹਿਬ ਦਰਸ਼ਨ ਕਰ ਆਏ ਹਾਂ। ਆਖੋ ਤੇਰੇ ਕੀਰਤਨ ਨਾਲ ਤੂੰ ਸਾਡੀ ਹਰਿਮੰਦਰ ਸਾਹਿਬ ਹਾਜ਼ਰੀ ਲਵਾ। ਇਹ ਸੁਰਤੀ ਦੇ ਦਰਸ਼ਨ ਹੁੰਦੇ ਹੈ। ਇੱਕ ਮਹਾਂਪੁਰਖ ਹੋਏ ਨੇ ਦਿੱਲੀ, ਸੰਤ ਸੁਜਾਨ ਸਿੰਘ ਜੀ, ਬਾਬਾ ਨਾਨਕ ਸਿੰਘ ਜੀ ਦੇ ਘਰ ਦੇ ਕੀਰਤਨੀਏ ਸਨ। ਉਹਨਾਂ ਦਾ ਨੇਮ ਸੀ 1-1:15 ਵਜੇ ਉੱਠ ਕੇ ਤੇ ਇਸ਼ਨਾਨ ਕਰਕੇ ਤੇ ਫਿਰ ਚੌਂਕੜਾ ਮਾਰਦੇ ਸਨ। ਤੇ ਕਹਿੰਦੇ ਜਦੋਂ ਦਿੱਲੀ ਕਰੋਲ ਬਾਗ ਉਹਨਾਂ ਦਾ ਸਥਾਨ ਹੈ, ਜਦੋਂ 1-1:15 ਉੱਠਦੇ ਸਨ, ਇਸ਼ਨਾਨ ਕਰਦੇ ਸਨ, ਤੇ ਹੁਣ ਭਾਵਨਾ ਹੁੰਦੀ ਸੀ ਵੀ ਮੈਂ ਰੋਜ਼ ਦਰਬਾਰ ਸਾਹਿਬ ਜਾਵਾਂ, ਤੇਰੇ ਸਰੋਵਰ 'ਚ ਇਸ਼ਨਾਨ ਕਰਾਂ। ਆਖੋ ਪਰ ਹੁਣ ਸਾਨੂੰ ਰਿਜ਼ਕ ਨੇ ਕਿਤੇ ਕਿਸੇ ਨੂੰ ਕਿਤੇ ਬਿਠਾਇਆ ਹੁੰਦਾ, ਕਿਸੇ ਨੂੰ ਕਿਤੇ ਬਿਠਾਇਆ। ਜਹਾਂ ਦਾਣੇ ਤਹਾਂ ਖਾਣੇ। ਦਿਲ ਤੇ ਸਾਰਿਆਂ ਦਾ ਕਰਦਾ ਅੰਮ੍ਰਿਤਸਰ ਰਹੀਏ। ਕੋਈ ਰਿਜ਼ਕ ਹੋਣਾ, ਕੋਈ ਕਿਤੇ ਹੈ, ਕੋਈ ਕਿਤੇ ਹੈ। ਉਹ ਅਰਦਾਸ ਕਰਦੇ ਸਨ, ਗੁਰੂ ਰਾਮਦਾਸ ਮੇਰਾ ਤੇ ਚਿੱਤ ਕਰਦਾ ਮੈਨੂੰ ਖੰਭ ਲੱਗ ਜਾਣ, ਮੈਂ ਰੋਜ਼ ਆਵਾਂ ਹਰਿਮੰਦਰ ਦਿੱਲੀ ਤੋਂ। ਆਖੋ ਪਰ ਰੋਜ਼ ਆਉਣਾ, ਕਿਉਂਕਿ ਉਦੋਂ ਜਹਾਜ਼ ਨਹੀਂ ਸੀ ਚੱਲੇ, ਬਹੁਤ ਘੱਟ ਸੀ। ਟ੍ਰੇਨਾਂ ਇਹੋ ਜਿਹੀਆਂ ਨਹੀਂ ਸੀ ਚੱਲੀਆਂ ਵੀ ਸਵੇਰੇ ਜਾ ਕੇ ਰਾਤੀ ਆ ਜਾਣ। ਸੁਣਿਓ, ਹੁਣ ਤਾਂ ਸ਼ਤਾਬਦੀ ਚੱਲ ਪਈ ਹੈ ਵੀ ਸਵੇਰੇ ਉੱਧਰੋਂ ਚੱਲਦੀ ਹੈ। ਕਈ ਸਰੀਰ ਚਲੀਆ ਕੱਢਦੇ ਜੇ ਸ਼ਹੀਦਾਂ ਤੋਂ, ਦਿੱਲੀ ਤੋਂ ਰੋਜ਼ ਦਰਬਾਰ ਸਾਹਿਬ ਆਉਂਦੇ ਆ। ਆਖੋ ਐਸੀਆਂ ਵੀ ਰੂਹਾਂ ਹੋਈਆਂ। ਜਦੋਂ ਦੀ ਸ਼ਤਾਬਦੀ ਚੱਲੀ, ਉਹਨਾਂ ਨੇ 40-40 ਦਿਨ ਰੋਜ਼ 40 ਦਿਨ ਘਰ ਨਹੀਂ ਜਾਣਾ। ਦਿੱਲੀ ਗ੍ਰੇਟਰ ਕੈਲਾਸ਼ ਸਤਿੰਦਰ ਸਿੰਘ ਜੀ ਨੇ ਜਦੋਂ ਨਵੀਂ ਸ਼ਤਾਬਦੀ ਚੱਲੀ ਨਾ, 94-95 ਦੇ ਕੋਲ ਚੱਲੀ ਸੀ, ਉਹਨਾਂ ਨੇ ਫਿਰ 40 ਦਿਨ ਦੀਆਂ ਟਿਕਟਾਂ ਜਾਣ ਦੀਆਂ ਤੇ 40 ਦਿਨ ਦੀਆਂ ਆਉਣ ਦੀਆਂ ਕਰਾ ਲਈਆਂ। ਆਖੋ 40 ਦਿਨ ਦਰਬਾਰ ਸਾਹਿਬ ਦੇ ਲਾਗੇ ਹੋਟਲ ਕਮਰਾ ਕਰਾ ਲਿਆ। ਬਾਬੇ ਨੇ ਮਾਇਆ ਦਿੱਤੀ ਸੀ। ਉੱਧਰੋਂ ਸ਼ਤਾਬਦੀ ਚੱਲਦੀ ਸੀ ਅੰਮ੍ਰਿਤ ਵੇਲੇ 7 ਵਜੇ ਸਵੇਰੇ। ਦਿੱਲੀੋਂ 7 ਵਜੇ ਚੱਲਦੀ ਹੈ, ਦੁਪਹਿਰੀ 1 ਵਜੇ ਆ ਜਾਂਦੀ ਹੈ।
शामी 4:30 ਅੰਮ੍ਰਿਤਸਰੋਂ ਚਲਦੀ ਏ, ਰਾਤੀ ਪਹੁੰਚ ਜਾਂਦੀ ਉੱਥੇ 10:30 ਪੌਣੇ 11। ਉਹਨਾਂ ਨੇ ਸ਼ਾਮ ਦੀ ਦਿੱਲੀੋਂ ਅੰਮ੍ਰਿਤਸਰ ਦੀ ਕਰਾਇਆ, ਦਿੱਲੀੋਂ 4:30 ਵਜੇ ਜਿਹੜੀ ਚਲਦੀ ਹੈ ਨਾ ਉਹਦੇ ਤੇ ਬਹਿ ਜਾਣਾ। ਸੁਣਿਓ, ਰਾਤੀ 11 ਵਜੇ ਅੰਮ੍ਰਿਤਸਰ ਸਿੱਧਾ ਜਾਣਾ ਹੋਟਲ 'ਚ, ਇਸ਼ਨਾਨ ਪਾਣੀ ਕਰਨਾ। ਸੰਗਤ ਜੀ ਇਸ਼ਨਾਨ ਪਾਣੀ ਕਰਕੇ ਤੇ ਦਰਬਾਰ ਸਾਹਿਬ ਆਖੋ 12 ਸਾਢੇ 12 ਦਰਬਾਰ ਸਾਹਿਬ ਪਹੁੰਚ ਜਾਣਾ। 2-2.5 ਘੰਟੇ ਦਾ ਚੌਂਕੜਾ ਮਾਰਨਾ, ਫਿਰ ਉੱਥੋਂ ਉੱਠਣਾ ਤੇ ਘੰਟਾ ਸ਼ਹੀਦਾਂ ਸਾਹਿਬ ਆਖੋ। ਉੱਥੋਂ ਕਹਿੰਦੇ ਮੈਂ ਆਟੋ ਫੜਦਾ ਸਾਂ 3-3:30 ਵਜੇ, 4:15 ਸਟੇਸ਼ਨ 'ਤੇ ਲਾ ਦਿੰਦਾ ਸੀ। 4:30 ਉੱਥੋਂ ਸ਼ਤਾਬਦੀ ਚੱਲ ਪੈਂਦੀ ਸੀ। 4:30 5 ਵਜੇ ਦਾ ਦਿੱਲੀੋਂ ਅੰਮ੍ਰਿਤਸਰੋਂ ਟਾਈਮ ਸੀ। ਪੌਣੇ 11 ਵਜੇ ਪਹੁੰਚਣਾ ਤੇ ਅੱਗੋਂ ਮੇਰਾ ਡਰਾਈਵਰ ਲੈਣ ਆਇਆ ਹੁੰਦਾ ਸੀ ਗੱਡੀ 'ਤੇ। ਉੱਥੋਂ ਕਹਿੰਦੇ ਪੌਣੇ ਘੰਟੇ ਦਾ ਰਸਤਾ ਮੇਰੇ ਦਫ਼ਤਰ ਦਾ ਸੀ, ਸਿੱਧਾ ਆਫਿਸ ਜਾਣਾ। 11:30 ਆਫਿਸ ਪਹੁੰਚ ਜਾਣਾ ਤੇ ਆਫਿਸ ਕੰਮਕਾਰ ਕਰਨਾ ਤੇ ਸ਼ਤਾਬਦੀ ਜੀ ਸੋਣਾ ਆਖੋ। ਵੀ 2-3 ਘੰਟੇ ਦਫ਼ਤਰ ਦਾ ਕੰਮ ਵੇਖਣਾ, 3 ਵਜੇ ਫੇਰ ਡਰਾਈਵਰ ਨਾਲ ਬਹਿਣਾ ਤੇ ਸਿੱਧਾ ਸਟੇਸ਼ਨ ਨੂੰ ਆਖੋ। 4:15 ਸਟੇਸ਼ਨ ਤੇ 4:30 ਫੇਰ ਅੰਮ੍ਰਿਤਸਰ ਵੱਲ ਨੂੰ। ਤੇ ਕਹਿੰਦੇ ਰਾਤੀ ਫਿਰ ਉੱਦਾਂ ਹੀ ਰੂਟੀਨ ਸ਼ਤਾਬਦੀ 'ਚ ਬੈਠੇ 40 ਦਿਨ ਸੁੱਤੇ। ਸਿਰਫ ਐਤਵਾਰ ਵਾਲੇ ਦਿਨ ਕਹਿੰਦੇ ਮੈਂ ਦਫ਼ਤਰ ਨਹੀਂ ਸੀ ਜਾਂਦਾ, 2 ਘੰਟੇ ਘਰ ਆ ਜਾਂਦਾ ਸਾਂ ਆਖੋ। ਸਾਰੇ ਆਖੋ ਜੀ। ਜਿਹੜੇ ਸੰਸਿਆਨ ਸਿੰਘ ਦੀ ਗੱਲ ਕਰ ਰਹੇ ਆ, ਇਹ ਪੁਰਾਣੀ ਗੱਲ ਹੈ। ਉਦੋਂ ਸ਼ਤਾਬਦੀਆਂ ਨਹੀਂ ਸੀ ਚੱਲੀਆਂ। ਕਹਿੰਦੇ ਮਨ ਤੇ ਕਰਦਾ ਰੋਜ਼ ਆਵਾਂ ਗੁਰੂ ਰਾਮਦਾਸ, ਪਰ ਆਣਾ ਜਾਣਾ ਸੰਭਵ ਨਹੀਂ। ਉਹਨਾਂ ਨੇ ਕੀ ਕਰਨਾ, ਸੁਰਤੀ ਨਾਲ ਹਾਜ਼ਰੀ ਲਵਾਉਣੀ। ਸੁਣਿਓ, ਜਦੋਂ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਲੱਗਦੇ ਸਨ ਨਾ, 1-1 ਆਪਣੇ ਬਾਥਰੂਮ 'ਚ ਟੱਪ ਭਰ ਲੈਣਾ। ਮੱਗਾ ਪਿਆ ਇਹ ਟੱਪ ਪਿਆ ਤੇ ਸਿੱਧਾ ਪਾਣੀ ਨਹੀਂ ਸੀ ਪਿੰਡੇ ਪਾਉਂਦੇ, ਹੱਥ ਜੋੜ ਕੇ ਤੇ ਪਹਿਲੇ 5 ਵਾਰੀ ਕਹਿਣਾ ਧੰਨ ਗੁਰੂ ਰਾਮਦਾਸ ਜੀ। ਕਹੋ ਸਾਰੇ ਧੰਨ ਗੁਰੂ ਰਾਮਦਾਸ ਜੀ। ਫਿਰ ਆਖੋ ਧੰਨ ਗੁਰੂ, ਧੰਨ ਗੁਰੂ। 5 ਵਾਰੀ ਧੰਨ ਗੁਰੂ ਰਾਮਦਾਸ ਜੀ ਕਹਿਣਾ। ਫਿਰ 5 ਵਾਰੀ ਪਹਿਲੀ ਪੌੜੀ ਪੜ੍ਹਨੀ, ਇੱਕ ਓਂਕਾਰ ਤੋਂ ਲੈ ਕੇ ਨਾਨਕ ਹੋਸੀ ਵੀ ਸੱਚ ਤੱਕ। ਤੇ ਹੁਣ ਛੋਟੀ ਅਰਦਾਸ ਕਰਨੀ ਕਿ ਸੱਚੇ ਪਾਤਸ਼ਾਹ ਚਿੱਤ ਤੇ ਕਰਦਾ ਤੇਰੇ ਦਰ ਤੇ ਆਵਾਂ, ਤੇਰੇ ਸਰੋਵਰ 'ਚ ਇਸ਼ਨਾਨ ਕਰਾਂ, ਪਰ ਤੂੰ ਕਰਮਾਂ ਦਾ ਮੈਨੂੰ ਇੰਨੀ ਦੂਰ ਬਿਠਾਇਆ। ਮੈਂ ਦੂਰ ਆ ਸਰੀਰ ਕਰਕੇ, ਦਿੱਲੀ ਬੈਠਾ ਵਾਂ, ਤੇਰਾ ਦਰ ਅੰਮ੍ਰਿਤਸਰ ਦੀ ਧਰਤੀ ਏ, ਪਰ ਸੱਚੇ ਪਾਤਸ਼ਾਹ ਜੀ ਮੇਰਾ ਚਿੱਤ ਕਰਦਾ ਮੈਂ ਤੇਰੇ ਸਰੋਵਰ 'ਚ ਇਸ਼ਨਾਨ ਕਰਾਂ, ਪਰ ਸਰੀਰ ਮੇਰਾ ਦਿੱਲੀ ਏ, ਮਨ ਮੇਰਾ ਦਰਬਾਰ ਸਾਹਿਬ ਬੈਠੇ। ਤੇ ਪਾਤਸ਼ਾਹ ਜੀ ਇਹ ਪਹਿਲੇ 5 ਮੱਗੇ, ਹੁਣ ਉਹਨਾਂ ਨੇ ਭਾਵਨਾ ਬਣਾ ਲੈਣੀ ਮੈਂ ਤੁਖਭੰਜਨੀ ਸਾਹਿਬ ਬੈਠਾ ਆਖੋ। ਕਹਿੰਦੇ ਪਹਿਲੇ 5 ਮੱਗੇ ਗੁਰੂ ਰਾਮਦਾਸ ਜੀ ਜਿਹੜੇ ਮੈਂ ਪਿੰਡੇ ਪਾਵਾਂਗਾ, ਮੈਂ ਇਸ ਭਾਵਨਾ ਨਾਲ ਪਾਉਣੇ ਆ, ਤੇਰੇ ਸਰੋਵਰ 'ਚ ਇਸ਼ਨਾਨ ਕਰਨ ਲੱਗਾ ਵਾਂ ਆਖੋ। ਸਾਰੇ ਆਖੋ ਜੀ। ਗੁਰੂ ਰਾਮਦਾਸ ਜੀ ਦਾ ਨਾਮ ਲੈ ਕੇ ਪਹਿਲੇ 5 ਪਿੰਡੇ ਪਾਣੇ ਤੇ ਭਾਵਨਾ ਇਹ ਬਣਾਉਣੀ ਮੈਂ ਸਰੋਵਰ 'ਚ ਇਸ਼ਨਾਨ ਕਰਨਾ ਤੇ ਅਰਦਾਸ ਕਰਨੀ ਗੁਰੂ ਰਾਮਦਾਸ ਕਿਰਪਾ ਕਰੀ ਮੇਰੀ ਹਾਜ਼ਰੀ ਲਾ ਲੈਣਾ ਆਖੋ। ਹੁਣ ਤੁਸੀਂ ਪੜ੍ਹੇ ਲਿਖੇ ਸਿਆਣੇ ਬੈਠੇ ਹੋ, ਜਿਹੜਾ ਅੰਮ੍ਰਿਤ ਵੇਲੇ 1 ਵਜੇ ਉੱਠ ਰਿਹਾ, ਇੰਨੀ ਭਾਵਨਾ ਨਾਲ 5 ਪੌੜੀਆਂ ਪੜ੍ਹ ਰਿਹਾ, ਗੁਰੂ ਰਾਮਦਾਸ ਜੀ ਅੱਗੇ ਅਰਦਾਸ ਕਰ ਰਿਹਾ। ਹੁਣ 5 ਪਿੰਡੇ 5 ਮੱਗੇ ਪਿੰਡੇ ਤੇ ਪਾ ਰਿਹਾ, ਇਹ ਭਾਵਨਾ ਨਾਲ ਕਿ ਮੇਰੀ ਹਾਜ਼ਰੀ ਲੱਗ ਜੇ। ਦੱਸੋ ਗੁਰੂ ਰਾਮਦਾਸ ਜੀ ਉਹਦੀ ਹਾਜ਼ਰੀ ਲਾਉਣਗੇ ਕਿ ਨਹੀਂ ਲਾਉਣਗੇ ਜੀ? ਤੇ ਜੇ ਉਹਨਾਂ ਦੀ ਲਾ ਸਕਦੇ ਐ ਤੇ ਸਾਡੀ ਤੁਹਾਡੀ ਵੀ ਲਾ ਸਕਦੇ ਐ ਆਖੋ। ਆਪਾਂ ਇੱਥੇ ਬੈਠੇ ਆ, ਮਹਾਂਪੁਰਖਾਂ ਦਾ ਸਥਾਨ ਹੈ, ਜਪ ਤਪ ਵਾਲਾ ਸਥਾਨ ਹੈ, ਤੇ ਭਾਵਨਾ ਬਣਾਓ ਗੁਰੂ ਰਾਮਦਾਸ ਜੀ ਤੇਰਾ ਪੁਰਬ ਆ ਰਿਹਾ ਹੈ, ਦੁਨੀਆ ਅੰਮ੍ਰਿਤਸਰ ਮਨਾ ਰਹੀ ਏ, ਸਾਡੀ ਵੀ ਕਿਰਪਾ ਕਰਨੀ, ਅਸੀਂ ਸੁਰਤੀ ਨਾਲ ਹਰਿਮੰਦਰ ਸਾਹਿਬ ਬੈਠ ਕੇ ਤੇਰੇ ਗੁਣ ਗਾਈਏ। ਆਓ ਇਸ ਭਾਵਨਾ ਨਾਲ ਕਹੋ ਸਾਰੇ ਜੀ। ਜਿਨ ਸਿਰਿਆ ਤਿਨੇ ਸਵਾਰਿਆ, ਜਿਨ ਸਿਰਿਆ ਤਿਨੇ ਸਵਾਰਿਆ, ਧੰਨ ਧੰਨ ਰਾਮਦਾਸ ਗੁਰ, ਧੰਨ ਧੰਨ ਰਾਮਦਾਸ ਗੁਰ। ਸੰਗਤ ਬੋਲੋ ਜਿਨ ਸਿਰਿਆ
ਜਿਨ ਸਿਰਿਆ ਤਿਨੈ ਤਨ ਤਨ ਰਾਮਦਾਸ ਗੁਰ ਤਨ ਤਨ ਰਾਮਦਾਸ ਗੁਰ ਬੋਲੋ ਸਾਰੇ ਜਿਨ ਸਿਰਿ ਤਨ ਤਨ ਰਾਮਦਾਸ ਗੁਰ ਤਨ ਤਨ ਰਾਮਦਾਸ ਗੁਰ ਵਾਹਿਗੁਰੂ 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 ਆ ਜਿਨ ਸਿਰਿਆ ਤਿਨੈ ਜਿਨ ਸਿਰਿਆ ਤਿਨੈ ਤਨ ਤਨ ਰਾਮਦਾਸ ਗੁਰ ਤਨ ਤਨ ਰਾਮਦਾਸ ਵਾਹਿਗੁਰੂ 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 ਬੋਲੋ ਸਾਰੇ ਬੋਲੋ ਜੀ ਵਾਹਿਗੁਰੂ 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 ਰੂ 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 ਵਾਹਿਗੁਰੂ 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 ਜਿਨ ਸਿਰਿਆ ਤਿਨੈ ਸਵਾਰਿਆ ਜਿਨ ਸਿਰਿਆ ਤਨ ਤਨ ਰਾਮਦਾਸ ਗੁਰ ਤਨ ਤਨ ਰਾਮਦਾਸ ਗੁਰ ਸਾਰੇ ਸੁਰਤੀਆਂ ਲੈ ਜਾਓ ਦਰਬਾਰ ਸਾਹਿਬ। ਗੁਰੂ ਰਾਮਦਾਸ ਜੀ ਵਿਰਾਜਮਾਨ ਨੇ। ਸ਼ਾਮਾਂ ਪਈਆਂ, ਸਰੋਵਰ ਦੀ ਖੁਦਾਈ ਦੀ ਸੇਵਾ ਚੱਲ ਰਹੀ ਸੀ। ਮਹਾਰਾਜ ਜੀ ਚੱਕਰ ਲਾਉਂਦੇ ਸਨ ਸਾਰੇ ਬੰਨੇ, ਕਿਉਂਕਿ ਤੁਹਾਨੂੰ ਪਤਾ ਹੈ ਜਿਹੜੀ ਲਾਚੀ ਬੇਰੀ ਉੱਥੇ ਬਾਬਾ ਭਾਈ ਸ਼ਾਲੋ ਜੀ ਬੈਠਦੇ ਸਨ। ਸੇਵਾ ਦਾ ਇੱਧਰਲੀ ਬਾਈ ਜਿਹੜੀ ਸੀ ਨਾ ਸਰੋਵਰ ਦੀ, ਜਿੱਥੋਂ ਆਪਾਂ ਦੇਗ ਲੈਂਦੇ ਹਾਂ ਕੜਾ ਪ੍ਰਸ਼ਾਦ, ਉਹ ਵਾਲਾ ਪਾਸੇ ਦਾ ਕੰਟਰੋਲ ਬਾਬਾ ਭਾਈ ਸ਼ਾਲੋ ਜੀ ਵੇਖਦੇ ਸਨ। ਦੂਸਰੇ ਬੰਨੇ ਜਿੱਦੇ ਬਾਬਾ ਬੁੱਢਾ ਸਾਹਿਬ ਦੀ ਬੇਰ, ਉੱਥੇ ਬਾਬਾ ਬੁੱਢਾ ਜੀ ਸਾਹਿਬ ਬੈਠਦੇ ਸਨ ਅਤੇ ਉਹ ਸਾਰੀ ਸੇਵਾ ਦਾ ਪਾਸਾ ਵੇਖਦੇ ਸਨ। ਮਾਰੇ ਵੱਲੋਂ ਡਿਊਟੀਆਂ ਲੱਗੀਆਂ ਹੋਈਆਂ ਸਨ। ਸ਼ਾਮ ਨੂੰ ਗੁਰੂ ਰਾਮਦਾਸ ਜੀ ਆਪ ਸਾਰਾ ਚੱਕਰ ਲਾਉਂਦੇ ਹੈ। ਚੱਕਰ ਲਾਉਂਦਿਆਂ ਮਹਾਰਾਜ ਨੇ ਕੀ ਵੇਖਿਆ, ਛੋਟੀ ਜੀ ਉਮਰ ਏ, ਇੱਕ ਬੱਚਾ ਏ, ਘੁੰਗਣੀਆਂ ਦੀ ਛਾਬੜੀ ਲਾਈ ਹੋਈ ਏ। ਆਖੋ ਸਾਰੇ ਆਖੋ ਜੀ ਵਾਹਿਗੁਰੂ। ਗੁਰੂ ਰਾਮਦਾਸ ਜੀ ਨੇ ਵੇਖਿਆ ਵੀ ਛਾਬੀ ਲਾਈਏ, ਘੁੰਗਣੀਆਂ ਵੇਚਦਾ, ਛੋਟੀ ਉਮਰ ਏ, ਤੇ ਧਿਆਨ ਦੇਣਾ। ਮਹਾਰਾਜ ਜੀ ਨੂੰ ਆਪਣਾ ਬਚਪਨ ਚੇਤੇ ਆ ਗਿਆ। ਆਖੋ ਕੋਈ ਟਾਈਮ ਸੀ ਮੈਂ ਵੀ ਇੱਦਾਂ ਘੁੰਗਣੀਆਂ ਵੇਚਦਾ ਸਾਂ। ਆਪਣਾ ਬਚਪਨ ਚੇਤੇ ਕਰਕੇ ਅੱਜ ਜਗਤ ਦੇ ਮਾਲਕ, ਦੀਨ ਦੁਨੀਆ ਦੇ ਮਾਲਕ ਉਸ ਬੱਚੇ ਨੂੰ ਛਾਬੜੇ ਵੱਲ ਤੁਰ ਪਏ। ਗੁਰੂ ਜੀ ਦੀ ਨਜ਼ਰ ਹੋ ਗਈ।
ਬਾਣੀ 'ਚ ਲਿਖਿਆ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਜਦੋਂ ਕੋਲ ਗਏ ਤੇ ਹੁਣ ਸੁਣਿਓ ਅੰਤਰਯਾਮਤਾ ਕਿੱਡੀ ਹੈ। ਮਹਾਰਾਜ ਨੇ ਸਿੱਧਾ ਹੀ ਪੁੱਛਿਆ, ਕਹਿੰਦੇ ਸੋਮਿਆ ਠੀਕ ਹੈ? ਆਖੋ ਵਾਹਿਗੁਰੂ। ਉਹ ਛੋਟਾ ਜਿਹਾ ਬੱਚਾ ਸੀ, ਉਹਦਾ ਨਾਂ ਸੀ ਸੋਮਾ। ਘੁੰਗਣੀਆਂ ਵੇਚਦਾ ਸੀ। ਇਹਦੇ ਤੋਂ ਪਹਿਲੇ ਕਦੀ ਮੁਲਾਕਾਤ ਨਹੀਂ ਹੋਈ, ਨਾਮ ਸੁਣਿਆ, ਦਰਸ਼ਨ ਪਹਿਲੀ ਵਾਰੀ ਕਰ ਰਿਹਾ। ਪਰ ਅੱਜ ਸ਼ਰਧਾ ਹੋਰ ਵੱਡੀ ਹੋ ਗਈ ਕਿ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ। ਹੁਣ ਆਪਾਂ ਜਿੰਨੇ ਬੈਠੇ ਆ, ਆਪਾਂ ਸੁਣਿਆ ਹੀ ਹੈ ਨਾ ਵੀ ਮਹਾਰਾਜ ਜੀ ਅੰਦਰ ਦੀਆਂ ਜਾਣਦੇ। ਵੇਖੋਗੇ ਤੇ ਉਦੋਂ ਜਦੋਂ ਤੁਹਾਡੇ ਨਾਲ ਕੁਝ ਵਰਤੇਗਾ। ਆਖੋ ਸਾਰੇ ਆਖੋ ਜੀ। ਜਦੋਂ ਤੁਹਾਡੇ ਨਾਲ ਕੁਝ ਬੀਤੇਗਾ ਫਿਰ ਪਤਾ ਲੱਗਦਾ ਵੀ ਬਾਬਾ ਜੀ ਨੇ ਤਾਂ ਮੇਰੇ ਦਿਲ ਦੀ ਗੱਲ ਪੁੱਛੀ। ਸਾਡੇ ਟਰਸਟੀ ਨੇ ਅੰਮ੍ਰਿਤਸਰ ਟਹਿਲਿੰਦਰ ਸਿੰਘ, ਉਹ ਕਹਿੰਦੇ 26 ਜਨਵਰੀ ਵਾਲਾ ਦਿਨ ਸੀ, ਮੈਂ ਸ਼ਹੀਦਾਂ ਮੱਥਾ ਟੇਕਣ ਗਿਆ। ਉਹਨਾਂ ਨੂੰ ਸ਼ੂਗਰ ਦੀ ਪ੍ਰੋਬਲਮ ਹੈ, ਘਰ ਦੀ ਮਿੱਠਾ ਨਹੀਂ ਖਾਣ ਦਿੰਦੀ। ਤੇ ਕਹਿੰਦਾ ਮੈਂ ਜੋੜੇ ਲਾਂਦਾ ਪਿਆ ਨਾ ਸ਼ਹੀਦਾਂ, 26 ਜਨਵਰੀ ਬਾਬਾ ਜੀ ਦੀਪ ਸਿੰਘ ਦਾ ਦਿਹਾੜਾ ਹੁੰਦਾ। ਕਹਿੰਦਾ ਮੈਂ ਜੋੜੇ ਲਾਂਦਿਆਂ ਨਾ ਤੇ ਮੇਰੇ ਮਨ ਵਿੱਚ ਆ ਗਿਆ, ਅੱਜ ਭੁੱਗਾ ਖਾਣ ਤੇ ਦਿਲ ਕਰਦਾ ਪਿਆ। ਬਜ਼ੁਰਗਾਂ ਨੂੰ ਪਤਾ ਹੋਏਗਾ, ਨਵੀਂ ਪਨੀਰੀ ਨੂੰ ਪਤਾ ਹੀ ਨਹੀਂ ਹੋਣਾ ਭੁੱਗਾ ਕਿਹੜੀ ਮਠਿਆਈ ਹੁੰਦੀ ਹੈ। ਤਿੱਲਾਂ ਦੀ ਬਣਦੀ ਹੈ, ਸਿਰਫ ਸਰਦੀਆਂ 'ਚ 2-3 ਮਹੀਨੇ ਬਣਦੀ ਹੈ ਭੁੱਗੇ ਦੀ ਮਠਿਆਈ। ਤੇ ਸਾਰੇ ਹਲਵਾਈ ਵੀ ਨਹੀਂ ਬਣਾਉਂਦੇ, ਕੋਈ ਬਣਾਉਂਦਾ ਹੈ। 2-4 ਹਲਵਾਈ ਜਿਹੜੇ ਪੁਰਾਣੇ ਹੋਣਗੇ ਉਹ ਬਣਾਉਂਦੇ ਆ ਸਾਡੇ ਅੰਮ੍ਰਿਤਸਰ। ਉਹ ਟਹਿਲਿੰਦਰ ਸਿੰਘ ਟਰਸਟੀ ਮੈਂਬਰ ਨੇ ਗੱਲ ਦੱਸੀ, ਕਹਿੰਦੇ ਮੇਰੇ ਮਨ ਵਿੱਚ ਆਇਆ ਵੀ ਅੱਜ ਭੁੱਗਾ ਖਾਣ ਤੇ ਦਿਲ ਕਰ ਰਿਹਾ। ਤੇ ਕਹਿੰਦੇ ਨਾਲ ਹੀ ਸੋਚਿਆ ਵੀ ਜਦੋਂ ਸ਼ਹੀਦਾਂ ਤੋਂ ਬਾਹਰ ਨਿਕਲਾਂਗਾ ਡਰਾਈਵਰ ਨੂੰ ਕਹਾਂਗਾ ਜੀ ਭੁੱਗੇ ਦਾ ਡੱਬਾ ਲੈਂਦੇ ਜਾਂਦੇ ਆ। ਕਹਿੰਦੇ ਫਿਰ ਮੈਂ ਕੜਾਹ ਪ੍ਰਸ਼ਾਦ ਲੈਣ ਲੱਗ ਪਿਆ। ਰਸ਼ ਬਹੁਤ ਸੀ, ਅੰਦਰ ਟਾਈਮ ਲੱਗ ਗਿਆ। ਕੜਾਹ ਪ੍ਰਸ਼ਾਦ ਲੈਣ 'ਚ ਵੀ 20-25 ਮਿੰਟ ਲੱਗ ਗਏ। 26 ਜਨਵਰੀ ਨੂੰ ਬਹੁਤ ਸੰਗਤ ਹੁੰਦੀ ਹੈ। ਕਹਿੰਦੇ ਉੱਥੇ ਦੂਜੀ ਵਾਰੀ ਦਿਮਾਗ 'ਚ ਆ ਗਿਆ ਵੀ ਭੁੱਗਾ ਜ਼ਰੂਰ ਲੈ ਕੇ ਜਾਣਾ ਹੈ। ਆਖੋ ਹੁਣ ਸੁਣਿਓ। ਕਹਿੰਦੇ ਫੇਰ ਉੱਥੋਂ ਕੜਾਹ ਪ੍ਰਸ਼ਾਦ ਲਿੱਤਾ ਤੇ ਜਦੋਂ ਦਰਸ਼ਨਾਂ ਵਾਲੀ ਲਾਈਨ 'ਚ ਲੱਗਾ, ਉੱਥੇ ਘੰਟਾ 1.5 ਘੰਟਾ ਲੱਗ ਗਿਆ ਵੀ ਬਹੁਤ ਸੰਗਤ। ਗੁਰਪੁਰਬ ਵਾਲਾ ਦਿਨ ਸੀ। ਕਹਿੰਦੇ ਤੀਜੀ ਵਾਰੀ ਫੇਰ ਮਨ 'ਚ ਆਇਆ ਵੀ ਭੁੱਗਾ ਜ਼ਰੂਰ ਲੈਣਾ ਹੈ। ਤੇ ਫੇਰ ਕਹਿੰਦੇ ਮੈਂ ਸੋਚਿਆ ਵੀ ਉਹ ਜਿਹੜੀ ਵਧੀਆ ਦੁਕਾਨ ਹੈ ਨਾ ਭਾਈ ਦੇ ਕੱਟੜੇ, ਉੱਥੋਂ ਲੈ ਕੇ ਜਾਵਾਂਗੇ। ਆਖੋ ਕਈ ਸਪੈਸ਼ਲ ਦੁਕਾਨਾਂ ਹੁੰਦੀ ਹੈ ਜਿਹਦਾ ਸਵਾਦ ਹੁੰਦਾ। ਤੇ ਕਹਿੰਦਾ ਲਿਟਲ ਭਾਜੀ, ਉਹ ਕਹਿੰਦੇ ਜਦੋਂ ਮੇਰੀ ਵਾਰੀ ਆਈ, ਤੁਹਾਨੂੰ ਪਤਾ ਸ਼ਹੀਦਾਂ ਖੱਬੇ ਹੱਥ ਜਿੱਥੇ ਸਰੋਪਾ ਦਿੰਦੇ ਨੇ, ਪ੍ਰਸ਼ਾਦ ਦਿੰਦੇ ਨੇ, ਅਰਦਾਸ ਕਰਾਉਂਦੇ ਆਪਾਂ ਉੱਥੇ। ਕਹਿੰਦੇ ਜਦੋਂ ਮੈਂ ਗ੍ਰੰਥੀ ਸਿੰਘ ਕੋਲੋਂ ਅਰਦਾਸ ਕਰਾਈ ਤੇ ਕਹਿੰਦੇ ਉਹਨਾਂ ਨੇ ਅਰਦਾਸ ਕੀਤੀ, ਮੈਨੂੰ ਸਰੋਪਾ ਦਿੱਤਾ ਤੇ ਇੱਕ ਡੱਬਾ ਮੇਰੇ ਹੱਥ 'ਚ ਫੜਾਇਆ। ਤੇ ਕਹਿੰਦੇ ਅੱਧਾ ਡੱਬਾ ਖੁੱਲਿਆ ਹੋਇਆ ਸੀ, ਭੋਗ ਲਗਾ ਹੋਣਾ। ਤੇ ਕਹਿੰਦਾ ਜਦੋਂ ਮੈਂ ਡੱਬਾ ਖੋਲ ਕੇ ਵੇਖਿਆ, ਸੰਗਤ ਜੀ ਤੁਸੀਂ ਹੈਰਾਨ ਹੋਵੋਗੇ, ਭੁੱਗੇ ਦਾ ਡੱਬਾ। ਆਖੋ ਸਾਰੇ ਆਖੋ ਜੀ। ਕਹਿੰਦੇ ਮੇਰੀਆਂ ਅੱਖਾਂ 'ਚੋਂ ਅਥਰੂ ਆ ਗਏ ਵੀ ਬਾਬਾ ਦੀਪ ਸਿੰਘ ਜੀ ਤੁਸੀਂ ਇੰਨੀਆਂ ਅੰਦਰ ਦੀਆਂ ਜਾਣਦੇ ਹੋ ਵੀ ਸਾਲਾਂ ਬਾਅਦ ਵੀ ਅੱਜ ਖਾਣ ਤੇ ਦਿਲ ਕੀਤਾ, 3 ਵਾਰੀ ਆ ਗਏ। ਤੇ ਬਾਬਾ ਜੀ ਕਹਿੰਦੇ ਤੂੰ ਉਤੋਂ ਹਲਵਾਈ ਕੋਲੋਂ ਕੀ ਲੈਣਾ, ਤੈਨੂੰ ਮੈਂ ਪ੍ਰਸ਼ਾਦ ਹੀ ਭੁੱਗੇ ਦਾ ਦੇਣਾ। ਆਖੋ ਕਹਿਣ ਤੋਂ ਭਾਵ ਅੰਤਰਜਾਮੀ ਸਾਰੇ ਜਾਣਦੇ ਆ, ਪਰ ਜਦੋਂ ਤੁਹਾਡੇ ਨਾਲ ਵਰਤਦੀ ਏ ਤੁਹਾਨੂੰ ਅੰਦਰੋਂ ਪਿਆਰ ਆਉਂਦਾ ਵੀ ਵਾਕਈ ਗੁਰੂ ਅੰਤਰਜਾਮ ਨਹੀਂ ਹੈ। ਆਖੋ ਇਹ ਉਦੋਂ ਪਤਾ ਲੱਗਦਾ ਜਦੋਂ ਤੁਹਾਡੇ ਨਾਲ ਬੀਤਦੀ ਏ। ਉਹ ਸੋਮੇ ਨੇ ਸੁਣਿਆ ਸੀ ਗੁਰੂ ਰਾਮਦਾਸ ਜੀ ਅੰਦਰ ਦੀਆਂ ਜਾਣਦੇ ਆ, ਪਰ ਜਦੋਂ ਗੁਰੂ ਰਾਮਦਾਸ ਜੀ ਨੇ ਬੁਲਾਇਆ ਹੀ ਨਾਂ ਲੈ ਕੇ, ਸੋਮਿਆ ਠੀਕ ਹੈ, ਕਦੀ ਮਿਲੇ ਹੀ ਨਹੀਂ, ਕਦੀ ਦਰਸ਼ਨ ਵੀ ਨਹੀਂ ਕੀਤੇ। ਇੰਨੇ ਮੱਥਾ ਟੇਕਿਆ ਦੀ ਇੰਨੀ ਸ਼ਰਧਾ ਬਣ ਗਈ, ਇੰਨੀ ਸ਼ਰਧਾ ਵੀ ਇਹ ਤੇ ਪੂਰੇ ਨੇ। ਤੇ ਹੁਣ ਗੁਰੂ ਰਾਮਦਾਸ ਜੀ ਕੀ ਪੁੱਛਦੇ ਨੇ, ਕਹਿੰਦੇ ਸੋਮੇ ਕੀ ਵੇਚਦਾ? ਕਹਿੰਦਾ ਜੀ ਘੁੰਗਣੀਆਂ। ਕਹਿੰਦੇ ਫਿਰ ਸਾਰੀਆਂ ਵਿਕ ਗਈਆਂ? ਕਿਉਂਕਿ ਗੁਰੂ ਰਾਮਦਾਸ ਜੀ ਭੇਤੀ ਸਨ, ਆਪ ਕੰਮ ਕਰਦੇ ਰਹੇ ਸਨ। ਜਿਹੜਾ ਮਾਲ ਖਾਣ ਪੀਣ ਵਾਲਾ ਹੁੰਦਾ, ਜੇ ਨਾਣਾ ਵਿਕੇ ਤੇ ਅਗਲੇ ਦਿਨ ਥੋੜ੍ਹੀ ਵਿਕਣਾ, ਤਾਂ ਖਰਾਬ ਹੋ ਗਿਆ, ਉਹ ਤੇ ਪਿੱਛੇ ਲੱਗ ਗਿਆ। ਖਾਣ ਪੀਣ ਵਾਲੀ ਦੁਕਾਨ ਦਾ ਸਾਰਾ ਸਮਾਨ ਵਿਕ ਜੇ ਤੇ ਉਹਦਾ ਸੌਦਾ ਵਿਕ ਗਿਆ, ਉਹ ਖੁਸ਼ ਹੁੰਦਾ। ਮਹਾਰਾਜ ਕਹਿੰਦੇ ਸਾਰਾ ਸੌਦਾ ਵਿਕ ਗਿਆ? ਕਹਿੰਦਾ ਜੀ ਵਿਕ ਗਿਆ। ਤੇ ਹੁਣ ਸੁਣਿਓ,
ਗੁਰੂ ਰਾਮਦਾਸ ਜੀ ਕਹਿੰਦੇ ਫਿਰ ਸੋਮਿਆ ਅੱਜ ਦੀ ਜਿੰਨੀ ਕਮਾਈ ਕੀਤੀ ਆ ਸਾਨੂੰ ਦੇ ਦੇ, ਇੱਥੇ ਸੇਵਾ ਚਲਦੀ ਪਈ ਹੈ, ਅਸੀਂ ਸੇਵਾ 'ਚ ਪਾ ਲੈਨੇ ਆ। ਆਖੋ ਸਾਰੇ ਆਖੋ ਜੀ। ਹੁਣ ਬੱਚਾ ਸੀ, ਅਸੀਂ ਤੁਸੀਂ ਹੁੰਦੇ ਤੇ 100 ਦਿਮਾਗ ਲਾਉਂਦੇ, ਸਿਆਣਪਾਂ ਲਾਉਂਦੇ, ਸਾਰੇ ਪੈਸੇ ਦੇ ਦਾਂ। ਕੱਲ ਮਾਲ ਕਿੱਥੋਂ ਪਾਣਾ ਹੈ? ਆਖੋ ਇਹਨੇ ਰੱਤਾ ਭਰ ਵੀ ਤਰੇੜ ਨਹੀਂ ਲੈਂਦੀ। ਜਿੰਨੀ ਵਟਕ ਸੀ ਨਾ ਸਾਰੀ ਵਟਕ ਮਹਾਰਾਜ ਨੂੰ ਦੇਤੀ। ਮਹਾਰਾਜ ਨੇ ਹਥੇਲੀ ਤੇ ਲਈ, ਕਹਿੰਦੇ ਸ਼ਾਬਾਸ਼ ਤੇਰੀ ਇਹ ਸੇਵਾ ਸਰੋਵਰ ਦੀ ਸੇਵਾ 'ਚ ਲੱਗੇਗੀ, ਗੁਰੂ ਅਮਰਦਾਸ ਜੀ ਤੇਰੀਆਂ ਝੋਲੀਆਂ ਭਰਨਗੇ। ਆਖੋ ਇੰਨੀ ਗੱਲ ਕਹੀ, ਮਹਾਰਾਜ ਜੀ ਚਲੇ ਗਏ। ਹੁਣ ਸੁਣਿਓ, ਇਹਨੂੰ ਚਾਅ ਚੜ ਗਿਆ, ਸਾਰੀ ਮਾਇਆ ਦੇਤੀ, ਸਾਰੀ ਵਟਕ ਦੇਤੀ। ਘਰ ਆਇਆ, ਮਾਂ ਪੁੱਛਦੀ ਏ ਪੁੱਤਰ ਸੌਦਾ ਵੇਚ ਗਿਆ? ਕਹਿੰਦਾ ਜੀ ਸਾਰਾ ਵੇਚ ਗਿਆ। ਮਾਇਆ ਇਹਨੇ ਸਾਰੀ ਗੱਲ ਦੱਸੀ ਤੇ ਮਾਂ ਵੀ ਅੱਗੋਂ ਜੋੜਨ ਵਾਲੀ ਸੀ। ਆਖੋ ਕੋਈ ਦੁਨਿਆਵੀ ਮਾਂ ਹੁੰਦੀ ਤੇ ਕਹਿੰਦੀ ਇਹ ਕੀ ਕਰ ਰਹੇ ਆ, ਸਾਰੇ ਹੀ ਪੈਸੇ ਦੇ ਆ, ਥੋੜੇ ਦੇਣੇ ਸੀ। ਮਾਂ ਨੇ ਉਲਟਾ ਸਮਝਾਇਆ, ਕਹਿੰਦੀ ਪੁੱਤਰ ਚੰਗਾ ਕੀਤਾ ਹੀ, ਗੁਰੂ ਲੈਂਦਾ ਨਹੀਂ, ਗੁਰੂ ਨੇ ਦੇਣਾ ਹੀ ਦੇਣਾ। ਆਖੋ ਗੁਰੂ ਜੇ ਸਾਡੇ ਕੋਲੋਂ ਸੇਵਾ ਦੇ ਵਾਸਤੇ ਕੁਝ ਲੈ ਰਿਹਾ, ਇਹ ਸਾਡਾ ਭਲਾ ਕਰ ਰਿਹਾ, ਸਾਡੇ ਦੇਣ ਵਿੱਚ ਵੀ ਉਹਨੇ ਸਾਡਾ ਭਲਾ ਕਰਨਾ। ਪਤਾ ਨਹੀਂ ਉਹਨੇ ਕਿੰਨੇ ਮਣਾ ਮੋਈ ਸਾਨੂੰ ਵਾਪਸ ਮੋੜਨੇ ਆ। ਆਖੋ ਸਾਰੇ ਆਖੋ ਜੀ। ਕਿਉਂਕਿ ਜਦੋਂ ਆਹ ਭਾਵਨਾ ਨਾਲ ਆਪਾਂ ਸੇਵਾ ਕਰਦੇ ਆ ਨਾ ਵੀ ਤੇਰੇ ਦਿੱਤੇ ਚੋਂ ਦੇ ਰਹੇ ਆ, ਉਦੋਂ ਗੱਲ ਹੀ ਕੁਝ ਹੋਰ ਜੇ। ਆਖੋ ਮੈਂ ਕੱਲ੍ਹ ਹੀ ਮਹਾਂਪੁਰਸ਼ਾਂ ਦੇ ਬਚਨ ਸੁਣ ਰਹੇ ਸਾਂ। ਮਹਾਂਪੁਰਸ਼ ਕਹਿੰਦੇ ਇੱਕ ਹੁੰਦਾ ਦਾਨ, ਇੱਕ ਹੁੰਦਾ ਦਸਵੰਧ, ਬੜਾ ਵੱਡਾ ਫਰਕ ਹੈ। ਦਾਨ ਹਉਮੈ ਵਧਾਉਂਦਾ ਹੈ, ਦਾਨ ਹਉਮੈ ਵਧਾਉਂਦਾ ਵੀ ਮੈਂ ਦਿੰਦਾ ਪਿਆ, ਮੈਂ ਦਾਨ ਕਰਨ ਵਾਲਾ ਵਾ। ਦਸਵੰਧ ਤੇਰੀ ਹਉਮੈ ਲਾਂਦਾ ਹੈ ਵੀ ਮੈਨੂੰ ਗੁਰੂ ਨੇ ਹੁਕਮ ਕੀਤਾ 10ਵਾਂ ਹਿੱਸਾ ਦੇਣਾ, ਇਹ ਤੇ ਮੈਂ ਗੁਰੂ ਦੇ ਦਿੱਤੇ ਚੋਂ ਉਹਦਾ ਹੀ ਦੇ ਰਿਹਾ ਵਾਂ। ਆਖੋ ਸਾਰੇ ਆਖੋ ਜੀ। ਹੁਣ ਸੰਗਤ ਜੀ ਦਿਨ ਅਗਲਾ ਚੜਿਆ, ਅੱਜ ਸ਼ਾਮਾਂ ਪਈਆਂ, ਅੱਜ ਗੁਰੂ ਰਾਮਦਾਸ ਜੀ ਫੇਰ ਚੱਕਰ ਲਾਣ ਗਏ, ਫੇਰ ਇਹਦੇ ਛਾਬੇ ਤੇ ਗਏ, ਫੇਰ ਪੁੱਛਦੇ ਨੇ ਸੋਮਿਆ ਸੌਦਾ ਵੇਚਿਆ? ਕਹਿੰਦਾ ਜੀ ਵੇਚਿਆ। ਮਹਾਰਾਜ ਕਹਿੰਦੇ ਲਿਆ ਫਿਰ ਅੱਜ ਦੀ ਵਟਕ ਵੀ ਸਾਨੂੰ ਦੇ ਦੇ, ਅਸੀਂ ਸੇਵਾ 'ਚ ਪਾ ਲੈਂਦੇ ਹਾਂ। ਇਹਨੇ ਚਾਈ ਦੇਤੀ। ਤੀਜੇ ਦਿਨ ਫੇਰ ਇਦਾਂ ਹੋਇਆ। ਜਦੋਂ ਤੀਜੇ ਦਿਨ ਫੇਰ ਇਦਾਂ ਹੋਇਆ ਤੇ ਅੱਜ ਵੀ ਜਦੋਂ ਮਹਾਰਾਜ ਨੇ ਵਟਕ ਮੰਗੀ ਇਹਨੇ ਦੇਤੀ। ਮਹਾਰਾਜ ਨੇ ਲਫ਼ਜ਼ ਵਰਤੇ ਤੇਰੀ ਸੇਵਾ 'ਚ ਪਾ ਲੈਂਦੇ ਆ। ਇਹ ਬੜਾ ਖੁਸ਼। ਤੇ ਜਦੋਂ ਅੱਜ ਤੀਜੀ ਰਾਤ ਘਰ ਗਏ ਤੇ ਮਾਂ ਕਹਿੰਦੀ ਇਹ ਪੁੱਤਰ ਘਬਰਾਈ ਨਾ, ਇਹ ਭਲਾ ਹੀ ਏ, ਸ਼ੁਕਰ ਕਰ ਜੇ ਗੁਰੂ ਸਾਹਿਬ ਸਾਡੇ ਕੋਲੋਂ ਸੇਵਾ ਲੈ ਰਹੇ ਆ। ਆਖੋ ਕਿਉਂਕਿ ਯਾਦ ਰੱਖਣਾ ਗੁਰੂ ਘਰ ਦਿੱਤਿਆਂ ਕਦੀ ਘਟਦਾ ਨਹੀਂ ਜੇ, ਵੱਧਦੇ ਹੀ ਪੈਂਦੇ ਜੇ। ਆਖੋ ਬਰਕਤਾਂ ਹੀ ਪੈਂਦੀਆਂ, ਮਹਾਰਾਜ ਨੇ ਵਧਾਉਣਾ ਹੀ ਹੈ ਤੁਹਾਨੂੰ। ਇਹ ਸਾਡੇ ਵਹਿਮ ਹੁੰਦੇ ਆ। ਤੇ ਅੱਜ ਮਾਤਾ ਨੇ ਨਾ ਚੌਥੀ ਗੱਲ ਸਿਖਾਤੀ। ਚੌਥਾ ਦਿਨ ਚੱਲਾ, ਜਦੋਂ ਸਵੇਰੇ ਛਾਬਾ ਲੈ ਕੇ ਚੱਲਾ ਘੁੰਗਣੀਆਂ ਵੇਚਣ, ਤੇ ਕਹਿੰਦੀ ਮਾਂ ਪਤਾ ਕਹਿੰਦੀ ਪੁੱਤਰ ਹੋ ਸਕਦਾ ਅੱਜ ਗੁਰੂ ਰਾਮਦਾਸ ਜੀ ਨਾ ਆਉਣ। ਆਖੋ ਤੇ ਤੂੰ ਲੜੀ ਟੁੱਟਣ ਨਹੀਂ ਦੇਣੀ। ਜੇ ਤੇ ਆਣਗੇ ਤੇ ਸੇਵਾ ਮੰਗਣਗੇ ਦੇ ਦੇਣੀ ਹੈ, ਤੇ ਜੇ ਨਾ ਆਏ ਤੇ ਲੜੀ ਟੁੱਟਣ ਨਾ ਦਈ, ਆਪ ਜਾ ਕੇ ਸੇਵਾ ਦੇ ਕੇ ਆਈ। ਆਖੋ ਇੱਕ ਦਿਓ ਜਕਾਰਾ ਗੱਜ ਕੇ ਸੰਗਤ ਜੀ। ਕਹਿੰਦੀ ਜੀ ਅੱਜ ਨਾ ਆਏ ਤੂੰ ਜਾ ਕੇ ਦੇ ਕੇ ਆਈ। ਕਿਉਂਕਿ ਮਹਾਂਪੁਰਖਾਂ ਦੇ ਬਚਨ ਨੇ। ਬਾਬਾ ਨਾਨਕ ਸਿੰਘ ਜੀ ਕਹਿੰਦੇ ਹੁੰਦੇ ਸਨ, ਜਾ ਕੇ ਦੇ, ਰਜਾ ਕੇ ਦੇ ਤੇ ਛੁਪਾ ਕੇ ਦੇ। ਆਖੋ ਇਹ ਤਿੰਨੇ ਚੀਜ਼ਾਂ ਨਾਲ ਤੁਹਾਡੇ ਦਿੱਤੇ ਦਸਵੰਧ ਦਾ ਮਹੱਤਵ ਵੱਧ ਜਾਂਦਾ ਹੈ। ਕਦੀ ਇਹ ਤਰੇੜ ਨਹੀਂ ਲਿਆਣੀ ਵੀ ਘਟਦੇ ਨੇ, ਦੇਣ ਨਾਲ ਵੱਧਦਾ ਹੀ ਹੈ, ਵੰਡਣ ਨਾਲ ਵੱਧਦਾ ਹੀ ਹੈ। ਤੁਹਾਡੇ ਸਾਹਮਣੇ ਮਿਸਾਲ ਹੈ ਬਾਬੇ ਨਾਨਕ ਦੀ। ਬਾਬਾ ਨਾਨਕ 13 ਕਰਕੇ ਤੋਲੀ ਜਾ ਰਹੇ ਆ ਤੇ ਪਿਆ ਛਾਪਾ। ਸ਼ਿਕਾਇਤ ਪਹੁੰਚੀ ਵੀ ਇਹਨੇ ਤੇ ਖਾਲੀ ਕਰਾ ਦੇਣਾ ਮੋਦੀਖਾਨਾ। ਤੇ ਸੁਣਿਓ, ਤੇ ਜਦੋਂ ਛਾਪਾ ਪਿਆ ਤੇ ਇਤਿਹਾਸ ਪੜ੍ਹ ਲਓ, 3 ਵਾਰੀ ਇਨਕੁਆਇਰੀ ਹੋਈ ਸੀ,
3 ਵਾਰੀ ਚੈਕਿੰਗ ਹੋਈ ਤੇ ਮਾਣ ਕਰਿਓ 3 ਵਾਰੀ ਮਾਇਆ ਖਜ਼ਾਨਾ ਵਧਿਆ ਹੀ ਵਧਿਆ ਜੇ। ਗੁਰੂ ਨਾਨਕ ਸਾਹਿਬ ਨੇ ਸਾਬਤ ਕਰਤਾ 13 ਕਰਦਿਆਂ ਕਦੀ ਘਾਟੇ ਨਹੀਂ ਪੈਂਦੇ, ਘਾਟੇ ਪੈਂਦੇ ਨੇ ਜਦੋਂ ਮੇਰਾ ਮੇਰਾ ਕਰਦੇ ਆ। ਆਖੋ ਸਾਰੇ ਆਖੋ ਜੀ। ਇਹ ਅੰਦਰ ਚਾਨਣਾ ਲਿਆਓ। ਆਸਟ੍ਰੇਲੀਆ ਦੇ ਵਿੱਚ ਇੱਕ ਪਰਿਵਾਰ ਹੈ ਜੀ, ਉਹਨਾਂ ਨੇ ਮੈਨੂੰ ਇੱਕ ਵੀਡੀਓ ਭੇਜੀ ਸੀ, ਸ਼ਾਇਦ ਤੁਹਾਡੇ ਤੱਕ ਵੀ ਆਈ ਹੋਵੇ, 3-4 ਸਾਲ ਪੁਰਾਣੀ ਗੱਲ ਹੈ। ਉਹ ਬੰਦਾ ਕਹਿੰਦਾ ਵੀ ਚੰਗੀ ਉੱਦਾਂ ਤੇ ਕਿਰਪਾ ਸੀ ਮਾਇਆ ਪੱਖੋਂ, ਉਹਨਾਂ ਨੇ ਨਾ ਆਸਟ੍ਰੇਲੀਆ 'ਚ ਆਪਣੇ ਫਾਰਮ ਹਾਊਸ ਖਰੀਦੇ। ਖੇਤੀਆਂ ਜਿਹੜੀਆਂ ਹੁੰਦੀਆਂ ਨਾ ਕਿਰਾਏ 'ਤੇ ਲੈ ਲੈਂਦੇ ਤੇ ਪਹਿਲੀ ਆਪਣੀ ਕਰਦੇ ਵਾਂਦੇ ਆ। ਕਹਿੰਦੇ ਮੈਂ ਸੰਤਰਿਆਂ ਦੇ ਬਾਗ ਕਿਰਾਏ 'ਤੇ ਲਿੱਤੇ, ਧਿਆਨ ਦਿਓ, ਤੇ 5-7 ਦਿਨ ਹੀ ਹੋਏ ਸਨ। ਕਹਿੰਦੇ ਮੈਂ ਉੱਥੇ ਗਿਆ, ਦਫ਼ਤਰ ਰੋਡ ਦੇ ਉੱਤੇ ਦਫ਼ਤਰ ਸੀ ਤੇ ਪਿੱਛੇ ਫਾਰਮ ਹਾਊਸ ਸੀ, ਸਾਰਾ ਸੰਤਰੇ ਲੱਗੇ ਹੋਏ ਸਨ, ਸੀਜ਼ਨ ਸੀ। ਤੇ ਕਹਿੰਦਾ ਮੇਰੇ ਕੋਲ 2 ਛੋਟੇ ਅੰਗਰੇਜ਼ ਬੱਚੇ ਆ ਗਏ, ਗੋਰੇ ਬੱਚੇ। ਕਹਿੰਦੇ ਮੇਰਾ ਪਹਿਲਾਂ ਹੀ ਵੀ ਮੈਂ ਸ਼ਨੀਵਾਰ ਜਾਂਦਾ ਸਾਂ ਉੱਥੇ ਫਾਰਮ ਹਾਊਸ, ਅੱਗੋਂ ਪਿੱਛੇ ਬਾਕੀ ਕੰਮ ਵੇਖਦੇ ਸਨ, ਅੱਗੋਂ ਪਿੱਛੇ ਉੱਤੇ ਬੰਦੇ ਰੱਖੇ ਸੀ, ਧਿਆਨ ਦੇਣਾ। ਕਹਿੰਦਾ ਮੈਂ ਸ਼ਨੀਵਾਰ ਗਿਆ, ਪਹਿਲਾ ਹੀ ਸ਼ਨੀਵਾਰ ਸੀ, 2 ਛੋਟੇ ਅੰਗਰੇਜ਼ ਬੱਚੇ ਆ ਗਏ। ਉਹਨਾਂ ਨੇ ਅੰਗਰੇਜ਼ੀ 'ਚ ਕਿਹਾ, ਮੈਂ ਤੁਹਾਨੂੰ ਪੰਜਾਬੀ 'ਚ ਦੱਸ ਰਿਹਾ। ਅੰਗਰੇਜ਼ ਬੱਚੇ ਪਤਾ ਕੀ ਕਹਿੰਦੇ? ਕਹਿੰਦੇ ਵੀ ਤੁਸੀਂ ਇੱਥੋਂ ਦੇ ਨਵੇਂ ਮਾਲਕ ਹੋ ਫਾਰਮ ਹਾਊਸ ਦੇ? ਕਹਿੰਦੇ ਹਾਂ। ਕਹਿੰਦੇ ਜੀ ਤੁਹਾਡੇ ਨਾਲ ਇੱਕ ਡੀਲ ਕਰਨੀ ਹੈ। ਆਖੋ ਅੰਗਰੇਜ਼ ਬੱਚੇ ਕਹਿੰਦੇ ਤੁਹਾਡੇ ਨਾਲ ਇੱਕ ਡੀਲ ਕਰਨੀ ਹੈ। ਕਹਿੰਦਾ ਮੈਂ ਬੜਾ ਖੁਸ਼ ਹੋਇਆ, ਨਿੱਕੇ ਬੱਚੇ ਹੈ, ਅੰਗਰੇਜ਼ੀ ਵਿੱਚ ਮੈਨੂੰ ਕਹਿੰਦੇ ਵੀ ਤੁਹਾਡੇ ਨਾਲ ਇੱਕ ਡੀਲ ਕਰਨੀ। ਕਹਿੰਦੇ ਮੈਂ ਉਹਨਾਂ ਨੂੰ ਕੁਰਸੀ ਆਫਰ ਕੀਤੀ ਵੀ ਬੈਠੋ, ਕੁਰਸੀ 'ਤੇ ਬੈਠੋ। ਦੋਨੋਂ ਬੱਚੇ ਬਹਿ ਗਏ। ਕਹਿੰਦਾ ਮੈਂ ਆਪਣੀ ਕੁਰਸੀ 'ਤੇ ਬੈਠਾ। ਕਹਿੰਦੇ ਬੇਟਾ ਦੱਸੋ ਕੀ ਡੀਲ ਕਰਨੀ ਹੈ? ਕਹਿੰਦਾ ਜੀ ਰੋਡ ਦੇ ਇੱਧਰਲੇ ਬੰਨੇ ਤੁਹਾਡਾ ਫਾਰਮ ਹਾਊਸ ਹੈ, ਰੋਡ ਦੇ ਸਾਹਮਣੇ ਬੰਨੇ ਸਾਡਾ ਬੰਗਲਾ ਹੈ, ਸਾਡੀ ਕੋਠੀ ਹੈ। ਕਹਿੰਦਾ ਅੱਛਾ ਉਹ ਸਾਹਮਣੀ ਕੋਠੀ ਤੁਹਾਡੀ ਹੈ? ਕਹਿੰਦਾ ਹਾਂ। ਬੱਚੇ ਕਹਿੰਦੇ ਹਾਂ। ਕਹਿੰਦੇ ਦੱਸੋ? ਕਹਿੰਦੇ ਤੁਹਾਡੇ ਫਾਰਮ ਹਾਊਸ ਦੇ ਵਿੱਚੋਂ ਦੀ ਨਿਕਲ ਕੇ ਤੁਹਾਡੀ ਜਿਹੜੀ ਫਾਰਮ ਹਾਊਸ ਦੀ ਬੈਕ ਹੈ, ਉੱਥੇ ਸਾਡੇ ਕਜ਼ਨ ਬ੍ਰਦਰ ਦੀ ਕੋਠੀ ਹੈ। ਸੁਣਿਓ, ਤੇ ਜਿਹੜੇ ਪਹਿਲੇ ਮਾਲਕ ਹੁੰਦੇ ਸਨ ਨਾ, ਉਹਨਾਂ ਨਾਲ ਸਾਡੀ ਇੱਕ ਡੀਲ ਚੱਲਦੀ ਸੀ। ਅਸੀਂ ਬੱਚੇ ਆ, ਕਜ਼ਨ ਬ੍ਰਦਰ ਨੂੰ ਮਿਲਣਾ ਹੁੰਦਾ ਤੇ ਅਸੀਂ ਨਾ ਰੋਡ ਕ੍ਰੋਸ ਕਰੀ ਸੀ, ਤੁਹਾਡੇ ਫਾਰਮ ਹਾਊਸ ਦੇ ਵਿੱਚੋਂ ਦੀ ਲੰਘ ਜਾਈਦਾ ਸੀ, ਤੇ ਪਿੱਛੇ ਜਿੱਥੇ ਤੁਹਾਡੇ ਫਾਰਮ ਖਤਮ ਹੁੰਦੇ ਆ ਤੇ ਸਾਡੇ ਕਜ਼ਨ ਬ੍ਰਦਰ ਹੈ, ਉਹਨਾਂ ਦੀ ਪੈਲੀ ਸ਼ੁਰੂ ਹੋ ਜਾਂਦੀ ਹੈ, ਤੇ ਪਿੱਛੇ ਉਹਨਾਂ ਦੀ ਕੋਠੀ ਹੈ। ਅਸੀਂ ਅੰਦਰੋਂ ਅੰਦਰ ਹੀ ਚੱਲ ਜਾਂਦੇ ਸਾਂ, ਉਹਨਾਂ ਨੂੰ ਮਿਲ ਲੈਂਦੇ ਸਾਂ। 2 ਘੰਟੇ ਖੇਡਣਾ, 4 ਘੰਟੇ ਲਾਣਾ, ਫਿਰ ਵਾਪਸ ਵੀ ਇੱਦਾਂ ਹੀ ਆ ਜਾਂਦੇ ਸਹੀ। ਤੇ ਪਿਛਲੇ ਜਿਹੜੇ ਮਾਲਕ ਸਨ, ਉਹਨਾਂ ਨੇ ਸਾਨੂੰ ਪਰਮਿਸ਼ਨ ਦਿੱਤੀ ਹੋਈ ਸੀ ਵੀ ਸਾਡੇ ਫਾਰਮ ਹਾਊਸ ਦੇ ਵਿੱਚੋਂ ਲੰਘ ਜਾਇਆ ਕਰੋ। ਤੇ ਤੁਹਾਡੇ ਹੁਣ ਉਹ ਮਾਲਕ ਚਲਾ ਗਿਆ, ਤੁਸੀਂ ਨਵੇਂ ਆਏ ਹੋ ਤੇ ਤੁਹਾਡੇ ਨਾਲ ਵੀ ਡੀਲ ਕਰਨ ਆਏ ਆ, ਤੁਸੀਂ ਸਾਨੂੰ ਪਰਮਿਸ਼ਨ ਦੇ ਦਿਓ, ਅਸੀਂ ਜਦੋਂ ਜਾਣਾ ਹੋਵੇ ਆਪਣੇ ਕਜ਼ਨ ਬ੍ਰਦਰ ਨੂੰ ਮਿਲਣ ਵਿੱਚੋਂ ਦੀ ਲੰਘ ਜਾਇਆ ਕਰੀਏ। ਤੇ ਉਹ ਫਿਰ ਪਿੱਛੇ ਉਹਨਾਂ ਦੇ ਖੇਤ ਰਲ ਜਾਂਦੇ ਆ। ਤੇ ਕਹਿੰਦਾ ਮੈਂ ਹੱਸਦਿਆਂ ਕਿਹਾ ਵੀ ਜੇ ਮੈਂ ਤੁਹਾਨੂੰ ਪਰਮਿਸ਼ਨ ਨਾ ਦਿਆਂ ਫੇਰ? ਤੇ ਹੁਣ ਬੱਚਿਆਂ ਦੇ ਨਾ ਚਿਹਰੇ ਲੱਥ ਗਏ। ਕਹਿੰਦੇ ਵੀ ਜੇ ਤੁਸੀਂ ਪਰਮਿਸ਼ਨ ਨਹੀਂ ਦਿਓਗੇ ਫਿਰ ਸਾਨੂੰ ਉਹਨਾਂ ਦੀ ਕੋਠੀ ਜਾਣ ਵਾਸਤੇ ਬੜਾ ਚੱਕਰ ਲਾਣਾ ਪੈਂਦਾ ਹੈ, ਵੀ ਆਪਣੇ ਘਰ ਤੋਂ ਲੈਫਟ ਚੱਲੀਏ, ਅਗਲੇ ਚੌਂਕ ਤੋਂ ਰੈੱਡ ਲਾਈਟ ਤੋਂ ਸੱਜੇ ਮੁੜੀਏ, ਫਿਰ ਅਗਲੇ ਚੌਂਕ ਤੋਂ ਸੱਜੇ ਮੁੜ ਕੇ ਤੇ ਫਿਰ ਉਹਨਾਂ ਦੀ ਕੋਠੀ। ਫਿਰ ਸਾਡੇ ਪੇਰੈਂਟਸ ਅਲਾਓ ਨਹੀਂ ਕਰਦੇ ਵੀ ਰੋਡ ਦੇ ਉੱਤੇ ਇੰਨਾ ਪੈਦਲ ਚੱਲਣਾ ਹੈ। ਆਖੋ ਕਹਿੰਦੇ ਫਿਰ ਅਸੀਂ ਮਿਲ ਨਹੀਂ ਪਾਇਆ ਕਰਾਂਗੇ, ਕਦੀ ਜਾਵਾਂ ਕਰਾਂਗੇ। ਇੱਦਾਂ ਅਸੀਂ ਰੋਜ਼ ਚੱਲ ਜਾਂਦੇ ਹਾਂ ਜਾਂ ਹਫ਼ਤੇ 'ਚ 2-3 ਦਿਨ ਚੱਲ ਜਾਈਦਾ। ਕਹਿੰਦਾ ਮੈਂ ਬੜਾ ਖੁਸ਼ ਹੋਇਆ। ਉਹ ਆਸਟ੍ਰੇਲੀਆ ਜਿਹੜਾ ਪੰਜਾਬੀ ਇੱਧਰੋਂ ਗਿਆ ਸੀ ਪੰਜਾਬ 'ਚੋਂ, ਕਹਿੰਦਾ ਮੈਂ ਬੜਾ ਖੁਸ਼ ਹੋਇਆ। ਤੇ ਕਹਿੰਦਾ ਮੈਂ ਉਹਨਾਂ ਬੱਚਿਆਂ ਨੂੰ ਕਿਹਾ ਇੱਕ ਸ਼ਰਤ ਨਾਲ ਪਰਮਿਸ਼ਨ ਦਿਆਂਗਾ। ਉਹ ਬੱਚੇ ਕਹਿੰਦੇ ਕੀ? ਕਹਿੰਦਾ ਤੁਸੀਂ ਜਦੋਂ ਮੇਰੇ ਖੇਤਾਂ 'ਚੋਂ ਲੰਘਣਾ ਫਾਰਮ ਹਾਊਸ 'ਚੋਂ, ਤੇ ਜਿਹੜੇ ਸੰਤਰੇ ਲੱਗੇ ਹੋਏ ਆ ਨਾ, ਉਹ ਬੱਚੇ ਸਮਝਣ ਵੀ ਸਾਨੂੰ ਰੋਹ ਪਾਣ ਲੱਗਾ ਵੀ ਸੰਤਰਿਆਂ ਨੂੰ ਹੱਥ ਨਹੀਂ ਲਾਣਾ। ਤੇ ਕਹਿੰਦਾ ਮੈਂ ਉਹਨਾਂ ਨੂੰ ਕਿਹਾ ਵੀ ਜਿਹੜੇ ਸੰਤਰੇ ਲੱਗੇ ਆ ਤੁਸੀਂ ਖਾ ਕੇ ਜਾਣੇ ਆ। ਆਖੋ ਜਿੰਨੇ ਖਾ ਸਕੋ, 1 ਖਾਓ, 2 ਖਾਓ, 4 ਖਾਓ, 5 ਖਾਓ, ਜਿੰਨੇ ਖਾ ਕੇ ਜਾ ਸਕੋ ਖਾ ਕੇ ਜਾਣੇ ਆ, ਤੇ ਜਿੰਨੇ ਜੇਬ 'ਚ ਪਾ ਕੇ ਜਿੰਨੇ ਲਿਜਾ ਸਕਦੇ ਹੋ ਲੈ ਕੇ ਜਾਣੇ ਆ।
ਜੇ ਤੇ ਖਾਓਗੇ ਤੇ ਲਿਜਾਓਗੇ ਫਿਰ ਮੇਰੇ ਵੱਲੋਂ ਪਰਮਿਸ਼ਨ ਹੈ, ਜੇ ਨਹੀਂ ਖਾਓਗੇ ਹੱਥ ਨਹੀਂ ਲਾਓਗੇ ਲਿਜਾਓਗੇ ਨਹੀਂ। ਉਹਨੇ ਉਲਟਾ ਕਹਿਤਾ, ਕਹਿੰਦਾ ਫਿਰ ਮੈਂ ਪਰਮਿਸ਼ਨ ਹੀ ਨਹੀਂ ਦੇਣੀ। ਉਹ ਬੱਚੇ ਇੱਕ ਦੂਜੇ ਦਾ ਮੂੰਹ ਤੱਕਣ ਵੀ ਇਹ ਕਿੱਦਾਂ ਦਾ ਮਾਲਕ ਹੈ। ਆਮ ਤੌਰ ਤੇ ਮਾਲਕ ਕਹਿੰਦੇ ਵੀ ਹੱਥ ਨਹੀਂ ਲਾਣਾ, ਤੱਕਣਾ ਨਹੀਂ ਹੈਗਾ। ਇਹ ਕਹਿੰਦਾ ਵੀ ਖਾਣੇ ਪੈਣੇ ਹੈ ਤੇ ਲਿਜਾਣੇ ਪੈਣੇ ਹੈ। ਤੇ ਬੱਚਿਆਂ ਨੇ ਨਾ ਡਰਦੇ ਡਰਦੇ ਪੁੱਛਿਆ ਜੀ ਉਹਨਾਂ ਦੇ ਪੈਸੇ ਕੌਣ ਦੇਗਾ? ਆਖੋ ਵੀ ਜੇ ਅਸੀਂ ਖਾਵਾਂਗੇ ਲਿਜਾਵਾਂਗੇ ਉਹਨਾਂ ਦੇ ਪੈਸੇ? ਕਹਿੰਦਾ ਪੈਸਾ ਕੋਈ ਵੀ ਨਹੀਂ ਲੈਣਾ। ਆਖੋ ਬੱਚੇ ਹੈਰਾਨ। ਨਾਲੇ ਕਹਿੰਦੇ ਆ ਖਾ ਕੇ ਲਿਜਾਣੇ ਵੀ ਹੈ, ਖਾਣੇ ਵੀ ਹੈ ਤੇ ਪੈਸੇ ਵੀ ਨਹੀਂ ਲਿਜਾਣੇ। ਕਹਿੰਦਾ ਜੀ ਪੈਸੇ? ਕਹਿੰਦਾ ਪੈਸਾ ਕੋਈ ਨਹੀਂ ਲੈਣਾ। ਬੱਚੇ ਕਹਿੰਦੇ ਵੀ ਫਿਰ ਸਾਨੂੰ ਮਨਜ਼ੂਰ ਹੈ। ਆਖੋ ਕਹਿੰਦੇ ਡੀਲ ਡਨ ਹੋ ਗਈ। ਉਹ ਬੱਚੇ ਖੁਸ਼ ਹੋ ਕੇ ਗਏ। ਤੇ ਕਹਿੰਦਾ ਦੂਜੇ ਚੌਥੇ ਦਿਨ ਜਦੋਂ ਬੱਚੇ ਮੇਰੇ ਫਾਰਮ ਹਾਊਸ ਚੋਂ ਲੰਘਦੇ ਸਨ, ਮੈਂ ਰੋਜ਼ ਤੇ ਹੁੰਦਾ ਨਹੀਂ ਸੀ, ਕਹਿੰਦਾ ਮੈਂ ਸ਼ਨੀ ਐਤਵਾਰ ਜਾਣਾ। ਤੇ ਹੁਣ ਸੁਣਿਓ, ਕਹਿੰਦੇ ਬੱਚੇ ਡੀਲ ਕਰ ਗਏ, ਪਰ ਅੱਧੇ ਘੰਟੇ ਬਾਅਦ ਕਹਿੰਦੇ ਬੱਚਿਆਂ ਦੇ ਪੇਰੈਂਟਸ ਨਾਲ ਆ ਗਏ। ਆਖੋ ਸਾਰੇ ਆਖੋ ਜੀ। ਹੁਣ ਸੁਣਿਓ, ਕਹਿੰਦੇ ਬੱਚਿਆਂ ਦੇ ਪੇਰੈਂਟਸ ਨਾਲ ਆ ਗਏ। ਤੇ ਕਹਿੰਦੇ ਬੱਚਿਆਂ ਦੇ ਪੇਰੈਂਟਸ ਕਹਿੰਦੇ ਵੀ ਆ ਤੁਸੀਂ ਸਾਡੇ ਬੱਚਿਆਂ ਨੂੰ ਕੀ ਕਿਹਾ? ਕਹਿੰਦਾ ਜੀ ਕੀ ਕਿਹਾ? ਕਹਿੰਦਾ ਮੈਨੂੰ ਡਰ ਪੈ ਗਿਆ ਵੀ ਇਹ ਲੜਨ ਆ ਗਏ ਹੈ। ਪੇਰੈਂਟਸ ਕਹਿੰਦੇ ਜੀ ਬੱਚੇ ਕਹਿੰਦੇ ਪਏ ਤੁਸੀਂ ਕਿਹਾ ਵੀ ਸੰਤਰੇ ਲੈ ਕੇ ਜਾਣੇ ਹੈ, ਖਾਣੇ ਵੀ ਹੈ, ਲਿਜਾਣੇ ਵੀ ਹੈ, ਪੈਸੇ ਵੀ ਕੋਈ ਨਹੀਂ, ਇਦਾਂ ਕਿੱਦਾਂ ਹੋ ਸਕਦਾ? ਕਹਿੰਦਾ ਕਿਉਂ ਇਦਾਂ ਕਿਉਂ ਨਹੀਂ ਹੋ ਸਕਦਾ? ਕਹਿੰਦੇ ਸਰਦਾਰ ਜੀ ਹਰ ਬੰਦਾ ਫਾਰਮ ਹਾਊਸ ਚਲਾਉਂਦਾ ਕਮਾਉਣ ਵਾਸਤੇ। ਆਖੋ ਤੁਸੀਂ ਕਹਿੰਦੇ ਪਏ ਹੋ ਵੀ ਖਾ ਕੇ ਜਾਓ, ਲੈ ਕੇ ਜਾਓ, ਲਿਫਾਫੇ 'ਚ ਪਾ ਲਓ ਤੇ ਪੈਸੇ ਕੋਈ ਨਹੀਂ ਲੈਣੇ। ਇਦਾਂ ਤੁਹਾਡਾ ਫਾਰਮ ਹਾਊਸ ਕਿੱਦਾਂ ਚਲੇ ਜਾਏਗਾ? ਤੁਹਾਡਾ ਤੇ ਘਾਟਾ ਪੈ ਜਾਏਗਾ। ਕਹਿੰਦੇ ਫਿਰ ਮੈਂ ਉਹਨਾਂ ਪੇਰੈਂਟਸ ਨੂੰ ਪਤਾ ਕੀ ਕਿਹਾ? ਕਹਿੰਦਾ ਜੀ ਕੀ? ਕਹਿੰਦੇ ਤੁਹਾਨੂੰ ਪਤਾ ਨਹੀਂ ਸਾਡੇ ਗੁਰੂ ਨੇ ਗੁਰੂ ਨਾਨਕ ਸਾਹਿਬ। ਆਖੋ ਇੱਕ ਵਾਰੀ ਪਿਆਰ ਨਾਲ ਆਖੋ ਜੀ ਧੰਨ ਗੁਰੂ ਨਾਨਕ। ਸਾਰੇ ਬੋਲੋ ਧੰਨ ਗੁਰੂ ਨਾਨਕ। ਗੁਰੂ ਨਾਨਕ। ਕਹਿੰਦੇ ਉਹਨਾਂ ਦੇ 3 ਅਸੂਲ ਨੇ। ਉਹਨਾਂ ਨੇ ਸਾਨੂੰ 3 ਹੁਕਮ ਕੀਤੇ ਹੈ। ਪਹਿਲਾ ਹੁਕਮ ਹੈ ਨਾਮ ਜਪੋ, ਦੂਜਾ ਹੁਕਮ ਹੈ ਕਿਰਤ ਕਰੋ ਤੇ ਤੀਜਾ ਹੁਕਮ ਹੈ ਵੰਡ ਕੇ ਛਕੋ। ਆਖੋ ਗੁਰੂ ਨਾਨਕ ਦੀ ਅਸੀਂ ਫਿਲਾਸਫੀ ਫੋਲੋ ਕਰ ਰਹੇ ਹਾਂ। ਸਾਨੂੰ ਗੁਰੂ ਨਾਨਕ ਨੇ ਕਿਹਾ ਵੰਡ ਕੇ ਛਕੋ ਤੇ ਵੰਡ ਕੇ ਖਾਣ ਨਾਲ ਕਦੀ ਘਾਟਾ ਨਹੀਂ ਪੈਂਦਾ। ਦਿਓ ਜੈਕਾਰਾ ਸੰਗਤ ਜੀ ਗੱਜ ਕੇ। ਕਹਿੰਦਾ ਮੈਂ ਤੇ ਗੁਰੂ ਨਾਨਕ ਸਾਹਿਬ ਦਾ ਫਿਲਾਸਫੀ ਫੋਲੋ ਕਰ ਰਿਹਾ। ਹੁਣ ਉਹ ਜਿਹੜਾ ਪੇਰੈਂਟਸ ਸੀ ਨਾ ਉਹ ਬੜਾ ਸਿਆਣਾ ਸੀ। ਉਹਨੇ ਜੇਬ ਚੋਂ ਕਾਪੀ ਕੱਢੀ, ਪੈਨ ਕੱਢੇ, ਉਹਨੇ ਨਾਂ ਲਿਖਿਆ ਸਿੱਖਾਂ ਦੇ ਗੁਰੂ ਗੁਰੂ ਨਾਨਕ ਸਾਹਿਬ। ਤਿੰਨ ਅਸੂਲ ਨੇ, ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ। ਤੇ ਉਹਨਾਂ ਨੇ ਕਿਹਾ ਵੀ ਕੋਈ ਗੁਰੂ ਨਾਨਕ ਸਾਹਿਬ ਦਾ ਹੋਰ ਲਿਟਰੇਚਰ ਮੈਨੂੰ ਮਿਲ ਸਕਦਾ? ਕਹਿੰਦਾ ਮੈਂ ਉਹਨਾਂ ਨੂੰ ਕਿਹਾ ਮੈਂ ਦੇ ਦਿਆਂਗਾ। ਕਹਿੰਦੇ ਹੁਣ ਪੇਰੈਂਟਸ ਕਹਿੰਦੇ ਵੀ ਡੀਲ ਡਨ ਹੋ ਗਈ। ਇਹ ਲੰਘਿਆ ਕਰਨਗੇ, ਖਾ ਵੀ ਲਿਆ ਕਰਨਗੇ ਤੇ ਲੈ ਵੀ ਜਾਇਆ ਕਰਨਗੇ। ਕਹਿੰਦੇ ਕੰਮ ਖਤਮ ਹੋ ਗਿਆ। ਕਹਿੰਦੇ ਮੈਂ ਬਾਕੀ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਮੈਂ ਹੋਰ ਕੰਮ ਕਰਦਾ ਸਾਂ। ਮੈਂ ਸ਼ਨੀ ਐਤਵਾਰ ਫਾਰਮ ਹਾਊਸ 'ਤੇ ਜਾਂਦਾ ਸਾਂ। ਤੇ ਕਹਿੰਦੇ ਬੱਚਿਆਂ ਨੇ ਦੂਜੇ ਚੌਥੇ ਦਿਨ ਲੰਘਣਾ, ਸੰਤਰੇ ਖਾ ਵੀ ਲੈਣੇ 1-2 ਤੇ 3-4 ਲੈ ਵੀ ਜਾਣੇ। ਇੰਨੇ ਹੀ ਬੰਦਾ ਖਾਂਦਾ ਤੇ ਇੰਨੇ ਲਈ ਜਾਂਦਾ। ਤੇ ਕਹਿੰਦਾ ਮੈਨੂੰ ਨਾ ਮੈਸੇਜ ਕਰ ਦਿੰਦੇ ਸੀ ਬੱਚੇ, ਅੰਕਲ ਵੈਰੀ ਵੈਰੀ ਥੈਂਕਸ, ਨਾਲ ਲਿਖ ਦੇਣਾ ਵੀ 2 ਖਾਧੇ ਤੇ 3 ਲੈ ਗਏ ਆ। ਆਖੋ ਨਾਲ ਥੈਂਕ ਯੂ ਲਿਖ ਦੇਣਾ। ਹੁਣ ਸੁਣਿਓ, ਕਹਿੰਦੇ ਰੂਟੀਨ ਬਣ ਗਈ। ਮਸਾਂ ਹੀ ਕਹਿੰਦੇ 2 ਕਿ 3 ਹਫ਼ਤੇ ਬੀਤੇ ਹੋਣੇ ਆ। ਸੁਣਿਆ ਜੀ ਵੀ ਬੱਚਿਆਂ ਨੇ ਜਦੋਂ ਲੰਘਣਾ ਹਫ਼ਤੇ 'ਚ 3-4 ਵਾਰੀ ਲੰਘਦੇ ਸਨ ਤੇ ਨਾਲ ਮੈਸੇਜ ਆ ਜਾਣਾ ਵੀ 4 ਔਰੰਜ ਲੈ ਗਏ ਆ, 2 ਖਾ ਗਏ ਆ। ਤੇ ਸੁਣਿਓ ਕਹਿੰਦਾ 3 ਹਫ਼ਤੇ ਬੀਤੇ ਤੇ ਮੈਂ ਸ਼ਨੀਵਾਰ ਕਹਿੰਦਾ ਆਪਣੇ ਆਫਿਸ 'ਚ ਆਇਆ ਫਾਰਮ ਹਾਊਸ 'ਚ। ਤੇ ਗੱਤੇ ਦੇ ਨਾ ਵੱਡੇ ਵੱਡੇ 2 ਕਾਰਟੂਨ ਪਏ ਹੋਏ ਸਨ ਉੱਥੇ, ਗੱਤੇ ਦੇ ਡੱਬੇ। ਕਹਿੰਦੇ ਮੈਂ ਆਪਣੇ ਬੰਦੇ ਨੂੰ ਪੁੱਛਿਆ ਵੀ ਇਹ ਕਿਹੜੇ ਡੱਬੇ ਆ? ਜਦੋਂ ਮੈਂ ਕਹਿੰਦਾ ਡੱਬੇ ਖੋਲ ਕੇ ਵੇਖੇ ਤੇ ਵਿੱਚ ਸਬਜ਼ੀਆਂ, ਕੱਦੂ ਸੀ, ਸ਼ਿਮਲਾ ਸੀ, ਹੋਰ ਸਬਜ਼ੀਆਂ, ਹਲਵਾ ਹੋ ਗਿਆ। ਕਹਿੰਦਾ ਮੈਂ ਉਹਨੂੰ ਪੁੱਛਿਆ ਵੀ ਇਹ ਸਬਜ਼ੀਆਂ ਕਿੱਥੋਂ ਆਈਆਂ 2 ਡੱਬੇ ਭਰ ਕੇ? ਕਹਿੰਦਾ ਜੀ ਉਹ ਸਾਹਮਣੇ ਜਿਹੜੇ ਅੰਗਰੇਜ਼ਾਂ ਦੀ ਕੋਠੀ ਹੈ ਨਾ ਉਹ ਦੇ ਗਏ ਹੈ। ਆਖੋ ਸਾਹਮਣੇ ਅੰਗਰੇਜ਼ ਦੇ ਗਏ ਹੈ। ਕਹਿੰਦਾ ਕਿਹੜੇ ਅੰਗਰੇਜ਼? ਕਹਿੰਦਾ ਜੀ ਜਿਨ੍ਹਾਂ ਦੇ ਬੱਚੇ ਆਪਣੇ ਫਾਰਮ ਹਾਊਸ 'ਚ ਲੰਘਦੇ ਆ। ਕਹਿੰਦਾ ਉਹਨਾਂ ਨੂੰ ਬੁਲਾ ਕੇ ਲਿਆ। ਕਹਿੰਦੇ ਜਦੋਂ ਮੈਂ ਬੁਲਾਇਆ ਤੇ ਕਹਿੰਦੇ ਮੈਂ ਉਹਨਾਂ ਨੇ ਕਿਹਾ ਵੀ ਇਹ 2 ਡੱਬੇ ਸਬਜ਼ੀਆਂ ਦੇ ਇਹ ਕਾਹਦੇ? ਤੇ ਹੁਣ ਸੁਣਿਓ ਅੰਗਰੇਜ਼ ਕੀ ਕਹਿੰਦਾ। ਕਹਿੰਦਾ ਜੀ ਅਸੀਂ ਵੀ ਤੁਹਾਡੇ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਫੋਲੋ ਕਰ ਲਈ ਹੈ। ਆਖੋ
ਕਹਿੰਦਾ ਜੀ ਉਹ ਕੀ? ਕਹਿੰਦਾ ਵੀ ਤੁਸੀਂ ਕਹਿੰਦੇ ਸੀ ਗੁਰੂ ਨਾਨਕ ਸਾਹਿਬ ਕਹਿੰਦੇ ਆ ਵੰਡ ਕੇ ਖਾਓ, ਤੁਸੀਂ ਸਾਡੇ ਬੱਚਿਆਂ ਨੂੰ ਸੰਤਰੇ ਖਵਾਉਂਦੇ ਹੋ, ਤੇ ਜਿਹੜੀਆਂ ਜਿਹੜੇ ਸਾਡੇ ਫਾਰਮ ਹਾਊਸ 'ਚ ਜਿਹੜੀਆਂ ਸਬਜ਼ੀਆਂ ਨੇ, ਅਸੀਂ ਸੋਚਿਆ ਵੀ ਫਿਰ ਇਹ ਵੀ ਅਸੀਂ ਸ਼ੇਅਰ ਕਰਕੇ ਵੰਡ ਕੇ ਖਾਵਾਂ ਕਰਾਂਗੇ। ਆਖੋ ਸਾਰੇ ਆਖੋ ਜੀ। ਕਹਿੰਦੇ ਮੈਂ ਮਨਾ ਕਰਦਾ ਰਹਿ ਗਿਆ। ਉਹ ਕਹਿੰਦਾ ਜੀ ਨਹੀਂ। ਕਹਿੰਦੇ ਉਹਨੇ ਅੱਗੋਂ ਮੇਰਾ ਮੂੰਹ ਕਿੱਦਾਂ ਬੰਦ ਕਰਾਇਆ? ਕਹਿੰਦਾ ਮੈਨੂੰ ਦੱਸੋ ਗੁਰੂ ਨਾਨਕ ਸਿਰਫ ਤੁਹਾਡੇ ਆ? ਆਖੋ। ਕਹਿੰਦੇ ਮੈਂ ਕਿਹਾ ਨਹੀਂ, ਗੁਰੂ ਨਾਨਕ ਤੇ ਸਾਰਿਆਂ ਦੇ। ਤੇ ਕਹਿੰਦੇ ਜੇ ਤੁਸੀਂ ਫਿਲਾਸਫੀ ਉਹਨਾਂ ਦੀ ਫੋਲੋ ਕਰਦੇ ਫਿਰ ਸਾਨੂੰ ਵੀ ਕਰਨ ਦਿਓ। ਤੇ ਕਹਿੰਦਾ ਕੀ ਮਤਲਬ? ਕਹਿੰਦਾ ਵੀ ਅੱਜ ਤੋਂ ਬਾਅਦ ਨਾ ਨਹੀਂ ਕਰਨੀ, ਮੈਂ ਸਬਜ਼ੀਆਂ ਦੇ ਜਾਇਆ ਕਰਾਂਗਾ, ਤੁਸੀਂ ਆਪ ਵਰਤਣੀਆਂ ਕਰਨੀਆਂ। ਕਹਿੰਦਾ ਉਹ ਦਿਨ ਤੇ ਕਹਿੰਦਾ ਸਾਨੂੰ ਸਬਜ਼ੀ ਖਰੀਦਣ ਦੀ ਲੋੜ ਨਹੀਂ ਪਈ। ਹਰ ਸੰਡੇ ਦੇ ਸੰਡੇ ਉਹਨਾਂ ਨੇ 2-3 ਡੱਬੇ ਕਾਰਟੂਨ ਭਰ ਕੇ ਸਬਜ਼ੀਆਂ ਦੇ ਸਾਨੂੰ ਦੇ ਜਾਣੇ। ਆਖੋ ਸਾਰੇ ਆਖੋ ਜੀ। ਤੇ ਸੰਗਤ ਜੀ ਕਹਿੰਦਾ 4 ਮਹੀਨੇ ਬੀਤੇ, ਉਹ ਅੰਗਰੇਜ਼ ਪਰਿਵਾਰ ਫਿਰ ਮੇਰੇ ਕੋਲ ਆ ਗਿਆ। ਕਹਿੰਦਾ ਮੈਨੂੰ ਸ਼ਰਮ ਆਉਣ ਲੱਗ ਪਈ ਵੀ ਮੈਂ ਤੇ 5-6 ਸੰਤਰੇ ਖਵਾਨਾ ਸਾਂ, ਇਹਨਾਂ ਨੇ ਹਰ ਹਫਤੇ ਸਬਜ਼ੀਆਂ ਦੇ ਡੱਬੇ ਦੇਣ ਲੱਗ ਪਏ ਆ, ਤੇ ਮੇਰਾ ਸਬਜ਼ੀਆਂ ਦਾ ਖਰਚਾ ਹੀ ਖਤਮ ਹੋ ਗਿਆ। ਤੇ ਸੁਣਿਓ ਸੰਗਤ ਜੀ 5 ਮਹੀਨਿਆਂ ਬਾਅਦ ਅੰਗਰੇਜ਼ ਆਏ, ਤੇ ਆਂਦਿਆਂ ਸਾਰ ਕਹਿੰਦੇ ਜੀ ਮਿਸਟਰ ਯੂ ਆਰ ਗ੍ਰੇਟ। ਗੁਰੂ ਨਾਨਕ ਸਾਹਿਬ ਗ੍ਰੇਟ ਨੇ। ਕਹਿੰਦਾ ਕਿਉਂ? ਕਹਿੰਦਾ ਕੇਵਲ 4 ਮਹੀਨੇ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਅਸੀਂ ਅਮਲ ਕੀਤੇ ਲਿਆਂਦੀ ਏ ਵੀ ਵੰਡ ਕੇ ਖਾਣ ਨਾਲ ਘਾਟਾ ਨਹੀਂ ਪੈਂਦਾ। ਤੇ ਕਹਿੰਦੇ ਅੱਗੇ ਵੀ ਓਨੀ ਸਬਜ਼ੀ ਲਾਈ ਦੀ ਸੀ, ਓਨੀ ਫਸਲ ਲਾਉਂਦੇ ਸਾਂ ਤੇ ਇੰਨੇ ਪੈਸੇ ਕਮਾਉਂਦੇ ਸਾਂ, ਪਰ ਜਦੋਂ ਦੇ ਵੰਡ ਕੇ ਖਾਣ ਲੱਗੇ ਆ ਸਾਡੀ ਕਮਾਈ 5-7 ਗੁਣਾ ਵੱਧ ਗਈ ਏ। ਦਿਓ ਜਕਾਰਾ ਗੱਜ ਕੇ ਸੰਗਤ ਜੀ। ਕਹਿੰਦੇ ਅੱਜ ਸਮਝ ਆ ਗਈ ਕਿ ਗੁਰੂ ਨਾਨਕ ਸਾਹਿਬ ਦਾ ਫਲਸਫਾ ਜੇ ਘਰ ਘਰ ਪਹੁੰਚਦੇ ਤੇ ਦੁਨੀਆ ਵਿੱਚ ਈਰਖਾ ਦਵੈਸ਼ ਰਵੇ ਹੀ ਨਾ, ਕਿਉਂਕਿ ਗੁਰੂ ਨਾਨਕ ਸਾਹਿਬ ਦੀ ਫਲਸਫਾ ਜਿਹੜੀ ਫਿਲਾਸਫੀ ਏ ਵੰਡ ਕੇ ਖਾਣ ਨਾਲ ਕਦੀ ਘਾਟਾ ਨਹੀਂ ਪੈਂਦਾ। ਆਖੋ ਸਾਰੇ ਆਖੋ ਜੀ। ਆਸਟ੍ਰੇਲੀਆ ਵਾਲਾ ਪਰਿਵਾਰ ਹੈਰਾਨ। ਕਹਿੰਦਾ ਸਿਰਫ 4 ਸੰਤਰੇ ਖਵਾਣੇ ਸ਼ੁਰੂ ਕੀਤੇ ਸੀ, ਉਹਦੀ ਕਮਾਈ 'ਚ ਵੀ ਵਾਧਾ ਹੋ ਗਿਆ। ਕਹਿੰਦੇ ਅੰਗਰੇਜ਼ ਵੀ ਕਹਿੰਦਾ ਹੁਣ ਉਹ ਵੀ ਕਹਿੰਦੇ ਵੀ ਅਸੀਂ ਵੰਡ ਕੇ ਖਾਇਆ ਕਰਾਂਗੇ। ਆਖੋ ਸਾਰੇ ਆਖੋ ਜੀ। ਸਤਿਕਾਰਯੋਗ ਮਹਾਂਪੁਰਸ਼ ਸਾਡੇ ਬਾਬਾ ਬੰਤਾ ਸਿੰਘ ਜੀ, ਜਿਹੜੇ ਭਾਈ ਜਸਪ੍ਰੀਤ ਸਿੰਘ ਜੀ ਕੋਮਲ, ਜਿਨ੍ਹਾਂ ਦੀ ਬੇਨਤੀ ਪ੍ਰਵਾਨ ਕਰਕੇ ਉਚੇਚੇ ਤੌਰ 'ਤੇ ਪਹੁੰਚੇ ਨੇ, ਉਹ ਸੰਗਤਾਂ 'ਚ ਆ ਗਏ ਨੇ। 5-10 ਮਿੰਟ ਬਾਅਦ ਹੁਣ ਉਹਨਾਂ ਦਾ ਸਮਾਂ ਜਿਹੜਾ ਦਾਸਾਂ ਦਾ ਸਮਾਂ ਬਾਕੀ ਏ, ਅਸੀਂ ਸਟੇਜ ਵੱਲੋਂ ਬੀਬੀ ਕੋਲਾਂ ਜੀ ਗੁਰਮਤਿ ਸੇਵਕ ਜੱਥੇ ਵੱਲੋਂ, ਸਟੇਜ ਵੱਲੋਂ, ਅਸਥਾਨ ਵੱਲੋਂ, ਦਾਸਾਂ ਵੱਲੋਂ ਉਹਨਾਂ ਨੂੰ ਮਹਾਂਪੁਰਸ਼ਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਇੱਕ ਜੈਕਾਰੇ ਨਾਲ ਸਤਿਕਾਰਯੋਗ ਬਾਬਾ ਬੰਤਾ ਸਿੰਘ ਜੀ ਨੂੰ ਜੀ ਆਇਆਂ ਆਖੀਏ। ਸਾਰੇ ਰਲ ਕੇ ਜੈਕਾਰਾ ਲਾਓ। ਸੰਗਤ ਲਾ ਦਿਓ ਜੈਕਾਰਾ ਸਾਰੇ ਜੀ। ਸਤਿ ਸ੍ਰੀ ਅਕਾਲ। ਇੱਕ ਜੈਕਾਰਾ ਭੈਣਾਂ ਲਾ ਦਿਓ ਸਾਰੀਆਂ। ਸਤਿ ਸ੍ਰੀ ਅਕਾਲ। ਮਹਾਂਪੁਰਸ਼ਾਂ ਨੂੰ ਜੀ ਆਇਆਂ ਨੂੰ। ਆਓ ਉਸੇ ਤਰ੍ਹਾਂ ਜਿਹੜੀ ਵਿਚਾਰ ਚੱਲ ਰਹੀ ਸੀ, ਅੱਜ ਮਾਂ ਸੋਮੇ ਨੂੰ ਕਹਿੰਦੀ ਏ ਪੁੱਤਰ ਧਿਆਨ ਦੇਈਂ, ਲੜੀ ਟੁੱਟਣੀ ਨਹੀਂ ਚਾਹੀਦੀ। ਜੇ 3 ਦਿਨ ਗੁਰੂ ਰਾਮਦਾਸ ਜੀ ਆਪ ਆ ਕੇ ਸੇਵਾ ਲੈਂਦੇ ਰਹੇ ਨੇ, ਜੇ ਅੱਜ ਨਾ ਆਏ ਤੂੰ ਜਾ ਕੇ ਸੇਵਾ ਦੇ ਕੇ ਆਈ। ਆਖੋ ਕਿਉਂ? ਮਾਂ ਸਮਝਾਉਂਦੀ ਏ ਪੁੱਤਰ ਸੇਵਾ ਦੇਣ ਨਾਲ ਘਾਟਾ ਨਹੀਂ ਪੈਂਦਾ। ਆਖੋ ਹੁਣ ਮੈਂ ਸੰਖੇਪ ਕਰਾਂ। ਉਹੀ ਗੱਲ ਹੋਈ ਜਿਹੜੀ ਗੱਲ ਦਾ ਮਾਂ ਨੂੰ ਖਦਸ਼ਾ ਸੀ। ਅੱਜ 4ਥੇ ਦਿਨ ਤੇ ਗੁਰੂ ਰਾਮਦਾਸ ਜੀ ਅੱਜ ਨਹੀਂ ਆਏ। ਆਖੋ ਹੁਣ ਅੱਜ ਕੀ ਹੋਇਆ? ਮਾਂ ਨੇ ਕਿਹਾ ਸੀ ਸ਼ਾਮਾਂ ਪਈਆਂ, ਮਹਾਰਾਜ ਜੀ ਆਏ ਨਹੀਂ, ਤੇ ਅੱਜ ਇਹ ਆਪ ਅੰਦਰ ਚਲਾ ਗਿਆ ਜੀ। ਮਾਂ ਨੇ ਕਿਹਾ ਸੀ ਜੇ ਗੁਰੂ ਨਾ ਆਉਣਗੇ ਆਪ ਸੇਵਾ ਜਾ ਕੇ ਦੇ ਕੇ ਆਈ। ਤੇ ਸੰਗਤ ਜੀ ਜਦੋਂ ਗਿਆ, ਗੁਰੂ ਰਾਮਦਾਸ ਜੀ ਨੇ ਇਹਨੂੰ ਵੇਖਿਆ, ਦੂਰੋਂ ਆਵਾਜ਼ ਮਾਰੀ, ਕਹਿੰਦੇ ਸੋਮੇ ਅੱਜ ਤੂੰ ਆ ਗਏ? ਕਹਿੰਦਾ ਜੀ ਮਾਤਾ ਨੇ ਕਿਹਾ ਸੀ ਜੇ ਸਤਿਗੁਰੂ ਜੀ ਨਾ ਆਣਗੇ ਤੂੰ ਸੇਵਾ ਦੇ ਕੇ ਆਈ। ਕਹਿੰਦੇ ਸ਼ਾਬਾਸ਼। ਮਹਾਰਾਜ ਨੇ ਇੰਝ ਤਲੀ ਕੀਤੀ, ਕਹਿੰਦੇ ਲਿਆ ਫਿਰ ਦੇ ਸੇਵਾ। ਜਦੋਂ ਇਹਨੇ ਸੇਵਾ ਦਿੱਤੀ ਨਾ ਗੁਰੂ ਰਾਮਦਾਸ ਜੀ ਨੂੰ, ਸੁਣਿਓ ਤੇ ਸੰਗਤ ਜੀ
ਅੱਜ ਮਹਾਰਾਜ ਜੀ ਨੇ ਨਾ ਸੇਵਾ ਗਿਣ ਲਈ ਤੇ ਗਿਣ ਕੇ ਪਤਾ ਕੀ ਕਹਿੰਦੇ ਗੁਰੂ ਰਾਮਦਾਸ ਜੀ ਕਹਿੰਦੇ ਸੌਮਿਆ ਇੱਕ ਗੱਲ ਦੱਸ, ਤੇਰੀ ਸੇਵਾ ਦਿਨੋਂ ਦਿਨ ਘਟਦੀ ਕਿਉਂ ਜਾਂਦੀ ਹੈ? ਪਹਿਲੇ ਦਿਨ 75 ਪੈਸੇ ਸੀ, ਦੂਜੇ ਦਿਨ 40 ਪੈਸੇ, ਤੀਜੇ ਦਿਨ 25 ਪੈਸੇ, ਅੱਜ 15 ਪੈਸੇ। ਦਿਨੋਂ ਦਿਨ ਘਟਦੀ ਕਿਉਂ ਜਾਂਦੀ ਪਈ ਇਹ? ਹੁਣ ਭੋਲਾ ਭਾਉ ਸੀ, ਪਤਾ ਕੀ ਕਹਿੰਦਾ? ਕਹਿੰਦਾ ਮਹਾਰਾਜ ਅਸੀਂ ਗਰੀਬ ਜੂ ਹੋਏ, ਜਿਹੜੀ ਦੁਕਾਨ ਵਿੱਚੋਂ ਰਾਸ ਪਾਈਏ ਨਾ ਤੇ ਰੋਜ਼ ਕੱਢਦੇ ਰਹੀਏ ਉਹ ਦੁਕਾਨ ਦਾ ਇੱਕ ਦਿਨ ਇਹੋ ਹਾਲ ਹੁੰਦਾ। ਆਖੋ ਭੋਲੇ ਭਾ ਕਹਿਤਾ, ਕੋਈ ਚਤਰਾਈ ਵਸ ਨਹੀਂ ਕਿਹਾ, ਕੋਈ ਸਿਆਣਾ ਵਸ ਨਹੀਂ ਕਿਹਾ। ਕਹਿੰਦਾ ਮਹਾਰਾਜ ਜਿਸ ਦੁਕਾਨ ਚੋਂ ਰਾਸ ਪਾਈਏ ਨਾ ਕੱਢੀ ਜਾਈਏ ਉਹ ਦੁਕਾਨ ਦਾ ਇੱਕ ਦਿਨ ਇਹੀ ਹਾਲ ਹੁੰਦਾ। ਤੇ ਮਹਾਰਾਜ ਕਹਿੰਦੇ ਫਿਰ ਰਾਸ ਪਾਉਂਦੇ ਕਿਉਂ ਨਹੀਂ? ਰਾਸ ਪਾਓ, ਜੇ ਕੱਢਦੇ ਪਏ ਹੋ ਤੇ ਪਾਉਂਦੇ ਕਿਉਂ ਨਹੀਂ? ਅੱਗੋਂ ਭੋਲੇ ਭਾ ਬੋਲਿਆ, ਕਹਿੰਦਾ ਮਹਾਰਾਜ ਅਸੀਂ ਗਰੀਬੜੇ ਜੂ ਹੋਏ, ਆਖੋ ਸਾਡੇ ਕੋਲ ਹੋਰ ਰਾਸ ਨਹੀਂ ਪਾਉਣ ਵਾਲੀ। ਮੌਜ ਵਿੱਚ ਆਏ ਜਿਨ੍ਹਾਂ ਦੇ ਪਰਸੋਂ ਪੁਰਬ ਨੇ, ਇੱਕ ਵਾਰੀ ਆਖੋ ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ, ਫੇਰ ਆਖੋ ਜੀ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮ। ਮਹਾਰਾਜ ਮੌਜ ਚ ਆਏ, ਕਹਿੰਦੇ ਸੌਮਿਆ ਤੂੰ ਗਰੀਬ ਥੋੜੀ ਹੈ, ਤੂੰ ਤੇ ਸ਼ਾਹ ਹੈ। ਹੁਣ ਵੇਖਿਓ ਬਚਨ ਹੋ ਗਏ, ਪਰ ਇਹ ਪ੍ਰੇਮ ਬਸ ਸੀ, ਭੋਲਾਪਨ ਸੀ, ਸਮਝ ਨਾ ਪਾਇਆ। ਆਖੋ ਸੌਮਿਆ ਤੂੰ ਗਰੀਬ ਥੋੜੀ ਹੈ, ਤੂੰ ਤੇ ਸ਼ਾਹ ਹੈ। ਇਹਨੇ ਕਹਿਤਾ, ਕਹਿੰਦਾ ਮਹਾਰਾਜ ਸ਼ਾਹ ਥੋੜੀ ਆ, ਅਸੀਂ ਗਰੀਬੜੇ ਆ। ਸ਼ਾਹ ਹੁੰਦਾ ਤੇ ਰਾਸ ਪਾਉਂਦਾ, ਪਰ ਇਹ ਨਹੀਂ ਸੀ ਸਮਝ ਰਿਹਾ। ਮਹਾਰਾਜ ਬਚਨ ਕਰ ਰਹੇ ਹੈ, ਬਖਸ਼ਿਸ਼ਾਂ ਹੋ ਰਹੀਆਂ। ਆਖੋ ਸਾਰੇ ਆਖੋ ਜੀ, ਗੁਰੂ ਜੀ ਦੀ ਨਜ਼ਰ ਅੰਮ੍ਰਿਤ ਵੰਡ ਦਿੰਦੀ ਏ, ਗੁਰੂ ਸਾਹਿਬ ਦੀ ਨਜ਼ਰ ਬਾਦਸ਼ਾਹੀਆਂ ਦੇ ਦਿੰਦੀ ਏ, ਤੇ ਮਹਾਰਾਜ ਤੇ ਰਸਨਾ ਤੋਂ ਸ਼ਾਹ ਕਹਿ ਰਹੇ ਹੈ। ਆਖੋ ਹੁਣ ਸੰਗਤ ਜੀ 2-3 ਵਾਰੀ ਮਹਾਰਾਜ ਨੇ ਕਿਹਾ ਸੌਮਿਆ ਤੈਨੂੰ ਪਤਾ ਨਹੀਂ ਤੂੰ ਸ਼ਾਹ ਹੈ। ਇਹ ਭੋਲੇ ਪੰਜ ਸਮਝ ਨਹੀਂ ਪਾ ਰਿਹਾ, ਤੇ ਹੁਣ ਗੁਰੂ ਲਾੜ ਵਿੱਚ ਆ ਗਏ। ਹੁਣ ਗੁਰੂ ਰਾਮਦਾਸ ਜੀ ਸੋਚਦੇ ਇਹਦੇ ਮੂੰਹ ਕਢਾਈਏ ਵੀ ਸ਼ਾਹ ਵਾ। ਆਖੋ ਹੁਣ ਗੁਰੂ ਰਾਮਦਾਸ ਜੀ ਪਤਾ ਕੀ ਕਹਿੰਦੇ? ਕਹਿੰਦੇ ਸੌਮਿਆ ਇੱਕ ਗੱਲ ਦੱਸ, ਦੇਣ ਵਾਲਾ ਸ਼ਾਹ ਹੁੰਦਾ ਕਿ ਲੈਣ ਵਾਲਾ? ਕਹਿੰਦਾ ਜੀ ਦੇਣ ਵਾਲਾ ਸ਼ਾਹ ਹੁੰਦਾ। ਸੌਮਿਆ ਗੱਲ ਦੱਸ, 3 ਦਿਨ ਤੋਂ ਤੂੰ ਦੇਣਾ ਪਿਆ, ਅਸੀਂ ਲੈਣੇ ਪਏ ਆ? ਕਹਿੰਦਾ ਜੀ ਹਾਂ ਮਹਾਰਾਜ 3 ਦਿਨ ਤੋਂ ਅਸੀਂ ਲੈਣੇ ਪਏ ਆ। ਕਹਿੰਦਾ ਜੀ ਹਾਂ। ਤੂੰ ਦੇਣਾ ਪਿਆ? ਜੀ ਹਾਂ। ਕਹਿੰਦੇ ਦੇ ਫਿਰ ਹੁਣ ਦੱਸ ਦੇਣ ਵਾਲਾ ਸ਼ਾਹ ਹੁੰਦਾ ਕਿ ਲੈਣ ਵਾਲਾ? ਤੇ ਕਹਿੰਦਾ ਜੀ ਦੇਣ ਵਾਲਾ। ਫਿਰ ਮਹਾਰਾਜ ਕਹਿੰਦੇ ਫਿਰ ਤੂੰ ਸ਼ਾਹ ਹੋਇਓ ਕਿ ਨਾ ਹੋਇਓ? ਤੇ ਨਾਲ ਹੀ ਕਹਿੰਦਾ ਹਾਂ ਸ਼ਾਹ ਤੇ ਫਿਰ ਮੈਂ ਹੀ ਹੋਇਓ। ਆਖੋ ਤੇ ਬਚਨ ਕੀਤੇ ਗੁਰੂ ਰਾਮਦਾਸ ਜੀ ਨੇ, ਸੋਮਾ ਸ਼ਾਹ ਗੁਰੂ ਕਾ ਸ਼ਾਹ ਤੇ ਬੇਪਰਵਾਹ। ਆਖੋ ਸਾਰੇ ਆਖੋ ਜੀ। ਔਰ ਉਹ ਬਚਨ ਸਾਧ ਸੰਗਤ ਜੀ ਜੁਗੋ ਜੁਗ ਟਲ ਨੇ। ਆਖੋ ਸਭ ਕੁਝ ਬਿਨਸ ਸਕਦਾ ਜੇ, ਪਰ ਗੁਰੂ ਦੇ ਬਚਨ ਨਹੀਂ ਜੇ ਬਿਨਸ ਸਕਦੇ। ਭਾਈ ਸੋਮੇ ਸ਼ਾਹ ਤੇ ਐਸੀ ਕਿਰਪਾ ਹੋਈ ਸਾਧ ਸੰਗਤ ਜੀ, ਅੱਜ ਵੀ ਦਿੱਲੀ ਦੇ ਵਿੱਚ ਮਹਾਂਪੁਰਖ ਨੇ ਸੰਤ ਅਵਤਾਰ ਸ਼ਾਹ ਸਿੰਘ ਜੀ ਦੀ ਉਸੇ ਸੋਮੇ ਸ਼ਾਹ ਦੀ ਕੁੱਲ ਚੱਲ ਰਹੀ ਹੈ। ਆਖੋ ਤੇ ਉਹ ਸ਼ਾਹ ਪਰਿਵਾਰ ਜਿੱਥੇ ਜਿੱਥੇ ਫੈਲਿਆ। ਅਸੀਂ ਬੰਗਲੌਰ ਗਏ, ਉੱਥੇ ਮੈਂ ਸਾਖੀ ਲਈ ਤੇ ਉੱਥੇ ਇੱਕ ਭੈਣਾਂ ਆ ਗਈਆਂ ਤੇ ਰੱਜ ਕੇ ਮਾਇਆ, ਰੱਜ ਕੇ ਸ਼ੌਕਾਰੀ ਹੈ, ਤੇ ਕਹਿੰਦੇ ਅਸੀਂ ਵੀ ਸ਼ਾਹ ਕੁੱਲ ਵਿੱਚੋਂ ਆ। ਆਖੋ ਅੱਜ ਵੀ 17ਵੀਂ 18ਵੀਂ ਕੁੱਲ ਚੱਲ ਰਹੀ ਏ। ਗੁਰੂ ਰਾਮਦਾਸ ਜੀ ਨੇ ਬਚਨ ਕੀਤੇ ਤੇ ਸੱਚੀ ਮੁੱਚੀ ਉਹ ਸੋਮਾ ਸ਼ਾਹ ਅੱਜ ਤੱਕ ਉਹਨਾਂ ਦੀਆਂ 17ਵੀਂ 18ਵੀਂ ਕੁੱਲ ਜੇ, ਤੇ ਕਿਸੇ ਤਰ੍ਹਾਂ ਦੀ ਵੀ ਕਮੀ ਨਹੀਂ ਜੇ ਹੈਗੀ। ਆਖੋ ਅਮਰੀਕਾ ਲੰਡਨ ਕਾਰੋਬਾਰ ਨੇ, ਵੱਡੇ ਵੱਡੇ ਕਾਰੋਬਾਰ ਨੇ, ਤੇ ਦੂਜੇ ਬੰਨੇ ਜਿਹੜੇ ਆਪ ਮਹਾਂਪੁਰਸ਼ ਸੰਤ ਅਵਤਾਰ ਸ਼ਾਹ ਸਿੰਘ ਜੀ, ਉਹ ਸੰਗਤਾਂ ਨੂੰ ਇੱਦਾਂ ਹੀ ਦਿਨ ਰਾਤ ਕੀਰਤਨ ਨਾਲ ਜੋੜਿਆ ਹੋਇਆ ਹੈ। ਆਖੋ ਮਤਲਬ ਕਿ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਗੁਰੂ ਰਾਮਦਾਸ ਜੀ ਦਾ ਘਰ ਇੰਨਾ ਵੱਡਾ ਹੈ, ਇੰਨੇ ਵੱਡੇ ਨੇ ਜਿਹਦੇ ਤੇ ਨਜ਼ਰ ਕਰ ਦੇਣ ਉਹਨੂੰ ਵੀ ਬਾਦਸ਼ਾਹੀਆਂ ਬਖਸ਼ ਦੇਣ। ਹੁਣ ਦਾਸ ਸਮਾਪਤੀ ਵੱਲ ਆਏਗਾ, ਤੇ ਸੰਗਤ ਜੀ ਜਿੰਨੇ ਬੈਠੇ ਆ, ਵੱਡੀਆਂ ਸਿਫਤਾਂ ਨੇ ਗੁਰੂ ਰਾਮਦਾਸ ਜੀ ਦੀਆਂ। ਕੋਈ ਵੀ ਜਿਵੇਂ ਸ਼ੁਰੂ ਤੋਂ ਬੇਨਤੀ ਕੀਤੀ ਸੀ, ਉਹਨਾਂ ਦਾ ਨਾਂ ਲਈਏ ਬੇੜੇ ਬੰਨੇ ਹੋ ਜਾਂਦੇ ਜੇ। ਤੇ ਕੋਮਲਵੀਰ ਜੀ ਨੇ ਸਰੋਵਰ ਦਾ ਪ੍ਰਕਰਨ ਲਿਆ ਸੀ, ਫਿਰ ਮੈਂ ਉਹ ਨਹੀਂ ਲਿਆ। ਪਹਿਲੇ ਮੈਂ ਵੀ ਉਹੀਓ ਸ਼ਬਦ ਪੜ੍ਹਨਾ ਸੀ,
ਇਹਨਾਂ ਸਾਡੇ ਵਾਲਾ ਸ਼ਬਦ ਪੜ੍ਹਦਾ ਰਾਮਦਾਸ ਸਰੋਵਰ ਨਾਲ, ਤੇ ਫਿਰ ਇਹ ਚੇਂਜ ਕੀਤਾ। ਤੇ ਇੱਕ ਗੱਲ ਕਰਕੇ ਮੈਂ ਸਮਾਪਤੀ ਕਰਾਂਗਾ। ਰਾਤੀ ਮਹਾਂਪੁਰਖਾਂ ਨੇ ਕਿਹਾ ਸੀ ਕਈਆਂ ਨੂੰ ਸ਼ਰਧਾ ਹੀ ਨਹੀਂ ਹੁੰਦੀ ਗੁਰੂ ਤੇ ਇਹ ਅਸਲੀਅਤ ਗੱਲ ਜੇ। ਬਾਬਾ ਨਾਨਕ ਸਿੰਘ ਜੀ ਬਚਨ ਕਰਦੇ ਹੁੰਦੇ ਸਨ, ਮਾਇਆ ਗਈ ਕੁਝ ਵੀ ਨਹੀਂ ਗਿਆ। ਧਿਆਨ ਦੇਣਾ, ਮਾਇਆ ਆਣੀ ਜਾਣੀ ਹੈ, ਕਈ ਵਾਰੀ ਘਾਟੇ ਪੈ ਜਾਂਦੇ ਤੇ ਕੋਈ ਦਿਲ ਨੂੰ ਨਾ ਲਾਇਆ ਕਰੋ, ਅੱਜ ਚਲੀ ਗਈ ਹੈ ਕੱਲ ਨੂੰ ਆ ਵੀ ਜਾਏਗੀ। ਕਹਿੰਦੇ ਮਾਇਆ ਗਈ ਕੁਝ ਨਹੀਂ ਗਿਆ। ਇਹ ਬਾਬਾ ਨਾਨਕ ਸਿੰਘ ਜੀ ਬਚਨ ਕਰਦੇ ਸਨ। ਕਹਿੰਦੇ ਸਿਹਤ ਗਈ ਕੁਝ ਕੁਝ ਗਿਆ। ਕਈਆਂ ਦੀ ਸਿਹਤ ਢਿੱਲੀ ਹੋ ਜਾਂਦੀ ਤੇ ਸਿਹਤ ਗਈ ਹੈ, ਫਿਰ ਅਸਰ ਹੁੰਦਾ, ਫਿਰ ਆਪਾਂ ਨਾਮ ਜਪਣ 'ਚ ਵੀ ਦਿੱਕਤ ਆਉਂਦੀ ਹੈ, ਗੁਰਦੁਆਰੇ ਆਉਣ 'ਚ ਵੀ ਦਿੱਕਤ ਆਉਂਦੀ ਹੈ। ਧਿਆਨ ਦੇਣਾ। ਤੇ ਤੀਜਾ ਕਹਿੰਦੇ ਸਨ ਬਾਬਾ ਜੀ, ਕਹਿੰਦੇ ਮਾਇਆ ਗਈ ਕੁਝ ਨਹੀਂ ਗਿਆ, ਸਿਹਤ ਗਈ ਕੁਝ ਕੁਝ ਗਿਆ, ਤੇ ਕਹਿੰਦੇ ਜੇ ਗੁਰੂ ਤੋਂ ਸ਼ਰਧਾ ਚਲੀ ਗਈ ਤੇ ਸਾਰਾ ਕੁਝ ਹੀ ਚਲਾ ਗਿਆ। ਆਖੋ ਸਾਰੇ ਆਖੋ ਜੀ। ਤੇ ਇੱਕ ਗੱਲ ਯਾਦ ਰੱਖਣਾ, ਸ਼ਰਧਾ ਨਾ ਜਾਣ ਦੇਣਾ। ਕਈਆਂ ਦੀ ਸ਼ਰਧਾ ਹੀ ਚਲੀ ਜਾਂਦੀ ਹੈ। ਸੰਗਤ 'ਚ ਆ ਕੇ ਸ਼ਰਧਾ ਪੈਦਾ ਕਰਨੀ ਹੁੰਦੀ ਹੈ। ਸੰਗਤ ਤਾਂ ਕਰੀ ਦੀ ਹੈ ਵੀ ਅੰਦਰ ਸ਼ਰਧਾ ਰੂਪੀ ਪੁੱਤਰ ਦਾ ਜਨਮ ਹੋ ਜੇ। ਆਖੋ ਤੇ ਜੇ ਸ਼ਰਧਾ ਹੀ ਚਲੀ ਗਈ ਫਿਰ ਪੱਲੇ ਕੱਖ ਵੀ ਨਹੀਂ ਜੇ ਹੈਗਾ, ਫਿਰ ਖਾਲੀ ਆ, ਫਿਰ ਜੀਰੋ ਆ ਆਪਾਂ ਸਾਰੇ। ਇੱਕ ਗੱਲ ਕਰਾਂ ਫਿਰ ਮੈਂ ਸਮਾਪਤੀ ਕਰਾਂ। ਸਾਡੇ ਅੰਮ੍ਰਿਤਸਰ ਅੱਜ ਵੀ ਉਹ ਸਿੰਧੀ ਪਰਿਵਾਰ ਹੈ, ਤੁਹਾਨੂੰ ਚਾਹੋ ਤੇ ਮਿਲਾ ਵੀ ਸਕਦੇ ਆ। ਲਾਰੈਂਸ ਰੋਡ ਰਹਿੰਦੇ ਨੇ, 20-22 ਸਾਲ ਪੁਰਾਣੀ ਗੱਲ ਏ। ਉਹਨਾਂ ਦਾ ਨੇਮ ਸੀ, ਅੱਜ ਵੀ ਨੇਮ ਹੈ, ਉਦੋਂ ਵੀ ਨੇਮ ਸੀ। ਰੋਜ਼ ਅੰਮ੍ਰਿਤ ਵੇਲੇ 3 ਵਜੇ ਦਰਬਾਰ ਸਾਹਿਬ ਜਾਣਾ ਤੇ 6 ਵਜੇ ਵਾਪਸ ਆਉਣਾ। 2-3 ਜਾਣੇ ਘਰੋਂ ਜਾਂਦੇ ਸਨ ਤੇ 2-3 ਜਾਣੇ ਗੁਆਂਢ ਮਹੱਲੇ 'ਚੋਂ ਇੱਕ ਕਾਰ ਲੈ ਲੈਂਦੇ ਸਨ। ਉਹਨਾਂ ਦੇ ਘਰ ਤੋਂ ਦਰਬਾਰ ਸਾਹਿਬ 20-25 ਮਿੰਟ ਦਾ ਰਸਤਾ ਹੈ। ਤੇ ਰੋਜ਼ ਦਾ ਨੇਮ ਸੀ ਵੀ 3 ਘੰਟੇ ਉੱਥੇ ਚੌਂਕੜਾ ਮਾਰਨਾ, ਆਸਾ ਹੀ ਵਾਰ ਸੁਣਨੀ ਤੇ ਵਾਪਸ ਆਉਣਾ। ਤੇ ਵਾਪਸ ਆਉਂਦਿਆਂ ਹਰ ਕੀ ਪੌੜੀ ਤੋਂ ਅੰਮ੍ਰਿਤ ਲੈ ਆਉਂਦੇ ਸਨ। ਅੰਮ੍ਰਿਤ ਲੈ ਕੇ ਉਹਨਾਂ ਨੇ ਇੱਕ ਘਰ ਦੇ ਵਿੱਚ ਜਗ੍ਹਾ ਰੱਖੀ ਹੋਈ ਸੀ, ਉੱਥੇ ਅੰਮ੍ਰਿਤ ਦੀ ਸ਼ੀਸ਼ੀ ਰੱਖ ਲੈਣੀ। ਤੇ ਕਹਿੰਦੇ ਸੁਣਿਓ, ਜਿਹੜੇ ਘਰ ਦੇ ਬਾਕੀ ਮੈਂਬਰ ਹੁੰਦੇ ਸੀ ਨਾ, ਜੁਆਇੰਟ ਫੈਮਿਲੀ ਸੀ, ਸਾਰੇ ਨਹੀਂ ਸੀ ਜਾਂਦੇ ਦਰਬਾਰ ਸਾਹਿਬ। 3-4 ਮੈਂਬਰ ਗਏ, ਘਰ ਦੇ ਬੱਚੇ ਨੇ, ਦੂਜੇ ਮੈਂਬਰ ਨੇ। ਉਹ ਜਦੋਂ ਘਰੋਂ ਨਿਕਲਦੇ ਸਨ, ਮੰਨ ਲਓ ਬੰਦਿਆਂ ਨੇ ਦੁਕਾਨਾਂ 'ਤੇ ਜਾਣਾ, ਬੱਚਿਆਂ ਨੇ ਸਕੂਲਾਂ 'ਚ ਜਾਣਾ, ਉਹਨਾਂ ਦਾ ਨੇਮ ਹੁੰਦਾ ਸੀ ਵੀ ਘਰੋਂ ਨਿਕਲਣ ਲੱਗਿਆਂ ਉਹ ਸ਼ੀਸ਼ੀ ਫੜਦੇ ਸਨ ਅੰਮ੍ਰਿਤ ਵਾਲੀ। ਧੰਨ ਗੁਰੂ ਰਾਮਦਾਸ ਜੀ ਕਹਿਣਾ, ਤੇ ਜਿੱਦਾਂ ਆਪਾਂ ਚੁੱਲ੍ਹਾ ਲੈਂਦੇ ਹਾਂ ਨਾ ਅੰਮ੍ਰਿਤ ਦਾ, ਮੁਖ 'ਤੇ ਪਾਉਂਦੇ ਹਾਂ, ਸਿਰ 'ਤੇ ਛਿੜਕਦੇ ਹਾਂ ਤੇ ਗੁਰੂ ਰਾਮਦਾਸ ਜੀ ਦਾ ਨਾਂ ਲੈਂਦੇ। ਇਹਨਾਂ ਨੇ ਇੱਦਾਂ ਹੀ ਧੰਨ ਗੁਰੂ ਰਾਮਦਾਸ ਜੀ ਕਹਿ ਕੇ ਚੁੱਲ੍ਹਾ ਲੈਣਾ, ਛਕਣਾ ਤੇ ਸਿਰ 'ਤੇ ਛਿੜਕਾ ਕਰਨਾ, ਰੋਜ਼ ਦਾ ਨੇਮ। ਇਹ ਭਾਵਨਾ ਨਾਲ ਕਰਨਾ ਵੀ ਅਸੀਂ ਦਰਬਾਰ ਸਾਹਿਬ ਨਹੀਂ ਗਏ, ਸਾਡੀ ਇੱਥੋਂ ਹੀ ਹਾਜ਼ਰੀ ਲੱਗ ਗਈ। ਆਖੋ ਜਿਵੇਂ ਸ਼ੁਰੂ 'ਚ ਬੇਨਤੀ ਕੀਤੀ। ਤੇ ਸੁਣਿਓ, ਅੱਜ ਇੱਕ ਦਿਨ ਸ਼ਾਮਾਂ ਦਾ ਟਾਈਮ ਸੀ, ਗਲੀ ਦੇ ਵਿੱਚ ਨਾ ਤੇਜ਼ਾਬ ਵੇਚਣ ਵਾਲਾ ਆਇਆ। ਜਨਾਨੀ ਨੂੰ ਤੇਜ਼ਾਬ ਚਾਹੀਦਾ ਸੀ, ਉਹ ਤੇਜ਼ਾਬ ਲੈਣ ਲੱਗੀ, ਉਹਨੂੰ ਸ਼ੀਸ਼ੀ ਨਾ ਲੱਭੀ ਕੋਈ। ਉਹਨੇ ਸੋਚਿਆ ਵੀ ਜਿਹੜੀ ਅੰਮ੍ਰਿਤ ਵਾਲੀ ਸ਼ੀਸ਼ੀ ਇਹਦੇ 'ਚ ਪਵਾ ਲੈਣੀ ਆ, ਅੰਮ੍ਰਿਤ ਵਾਸਤੇ ਸਵੇਰੇ ਦਰਬਾਰ ਸਾਹਿਬ ਉਹ ਨਵੀਂ ਸ਼ੀਸ਼ੀ ਲਾ ਲਾਂਗੀ, ਇਹ ਸ਼ੀਸ਼ੀ ਵੈਸੇ ਹੀ ਪੁਰਾਣੀ ਹੋ ਗਈ ਹੈ। ਉਹਨੇ ਇਹ ਸੋਚ ਕੇ, ਸੁਣਿਓ, ਉਹ ਰੋਜ਼ ਵਾਲੀ ਸ਼ੀਸ਼ੀ 'ਚ ਤੇਜ਼ਾਬ ਪਵਾ ਲਿਆ, ਰੱਖੀ ਹੋਰ ਸਾਈਡ 'ਤੇ ਰੱਖਦੀ, ਉੱਥੇ ਨਹੀਂ ਰੱਖੀ, ਆਪਣੇ ਨਾਲ ਸਿਆਣਪ ਕੀਤੀ। ਅਗਲੇ ਦਿਨ ਅੰਮ੍ਰਿਤ ਵੇਲੇ ਗਈ, ਉਹਨੇ ਨਵੀਂ ਸ਼ੀਸ਼ੀ ਲਈ, ਉਹਦੇ 'ਤੇ ਅੰਮ੍ਰਿਤ ਪਾਇਆ, ਉਹ ਲਿਆ ਕੇ ਰੱਖਤੀ। ਪਰ ਗਲਤੀ ਇਹ ਹੋ ਗਈ ਵੀ ਉਹ ਅੰਮ੍ਰਿਤ ਵਾਲੀ ਸ਼ੀਸ਼ੀ ਪਹਿਲੀ ਵਾਲੀ ਜਗ੍ਹਾ 'ਤੇ ਨਹੀਂ ਰੱਖੀ, ਉਹ ਵੀ ਕਿਤੇ ਹੋਰ ਰੱਖਤੀ। ਆਖੋ ਬੱਚਿਆਂ ਨੂੰ ਕਹਿਣਾ ਭੁੱਲ ਗਈ। ਉਹ ਸਵੇਰੇ ਆਈ, ਜਦੋਂ 2:30 ਵਜੇ ਉੱਠੇ, 3 ਵਜੇ ਗਏ, 6-6:30 ਆਏ। ਉਹ 7 ਵਜੇ ਸੌ ਜਾਂਦੇ ਸੀ, ਜਿਹੜੇ ਦਰਬਾਰ ਸਾਹਿਬੋਂ ਆਉਂਦੇ ਸੀ, 2 ਘੰਟੇ ਆਰਾਮ ਕਰ ਲੈਂਦੇ ਸੀ। ਕਹਿੰਦੇ ਬੱਚੇ ਉੱਠੇ, ਬੱਚੇ ਰੂਟੀਨ 'ਚ 8-8:30 ਵਜੇ ਜਦੋਂ ਦਰਬਾਰ ਸਕੂਲ ਵਾਸਤੇ ਚੱਲੇ ਆ। ਇਹ 20-22 ਸਾਲ ਪੁਰਾਣੀ ਗੱਲ ਏ। ਬੈਗ ਪਾਏ ਐ, 2 ਬੇਟੀਆਂ ਸੀ, 2 ਬੇਟੇ ਸਨ। ਕਹਿੰਦੇ ਬੇਟੀਆਂ ਨੇ ਚੁੰਨੀਆਂ ਲਈਆਂ, ਬੇਟਿਆਂ ਨੇ ਪਟਕੇ ਬੰਨੇ ਐ। ਤੇ ਕਹਿੰਦੇ ਉਹਨਾਂ ਨੂੰ ਪਤਾ ਨਹੀਂ ਸੀ, ਉਹਨਾਂ ਜਦੋਂ ਅੰਮ੍ਰਿਤ ਵਾਲੀ ਸ਼ੀਸ਼ੀ ਲੱਭੀ ਤੇ ਪੁਰਾਣੀ ਸ਼ੀਸ਼ੀ ਪਰੇ ਪਈ ਸੀ, ਉਹਨਾਂ ਨੇ ਉਹਦੇ ਵਿੱਚ ਘਰਦਿਆਂ ਨੇ ਤੇਜ਼ਾਬ ਪਾਇਆ ਸੀ, ਪਰ ਉਹਨਾਂ ਅੰਮ੍ਰਿਤ ਦੇ ਭੁਲੇਖੇ ਚੁੱਕ ਲਈ। ਹੁਣ ਸੁਣਿਓ, ਵਿੱਚ ਤੇਜ਼ਾਬ ਏ ਪਰ ਬੱਚਿਆਂ ਦੀ ਭਾਵਨਾ ਦੇ ਵਿੱਚ ਅੰਮ੍ਰਿਤ ਏ। ਆਖੋ ਗੱਲ ਨੂੰ ਸਮਝਣਾ, ਫਰਕ ਕਿੰਨਾ। ਪਰਿਵਾਰ ਨੇ ਉਹ 'ਚ ਤੇਜ਼ਾਬ ਪਾਇਆ, ਸ਼ੀਸ਼ੀ ਪਰੇ ਰੱਖੀ ਏ, ਪਰ ਬੱਚਿਆਂ ਨੇ ਸ਼ੀਸ਼ੀ ਰੋਜ਼ ਵਾਲੀ ਸਮਝ ਕੇ ਫੜ ਲਈ। ਉਹਨਾਂ ਦੀ ਭਾਵਨਾ ਹੈ ਵੀ ਇਹਦੇ ਵਿੱਚ ਅੰਮ੍ਰਿਤ ਤੇ ਦਰਬਾਰ ਸਾਹਿਬ ਹਰ ਕੀ ਪੌੜੀ ਦਾ। ਹੁਣ ਬੱਚਿਆਂ ਨੂੰ ਪਤਾ ਨਹੀਂ, ਉਹਨਾਂ ਨੇ ਢੱਕਣ ਖੋਲ੍ਹੇ ਤੇ ਕਹਿੰਦੇ ਅੰਮ੍ਰਿਤ ਸਮਝ ਕੇ ਹੈ ਤੇਜ਼ਾਬ ਏ,
ਅੰਮ੍ਰਿਤ ਸਮਝ ਕੇ ਜਦੋਂ ਹੱਥਾਂ ਤੇ ਪਾਇਆ, ਧੰਨ ਗੁਰੂ ਰਾਮਦਾਸ ਜੀ ਕਹਿ ਕੇ ਪੀਤਾ ਤੇ ਛਿੜਕੇ ਤੇ ਤੁਸੀਂ ਹੈਰਾਨ ਰਹਿ ਜਾਓਗੇ। ਨਾ ਹੱਥਾਂ ਨੂੰ ਕੁਝ ਹੋਇਆ, ਨਾ ਜੀਭ ਨੂੰ ਕੁਝ ਹੋਇਆ, ਨਾ ਅੰਦਰ ਕੁਝ ਹੋਇਆ, ਕਿਉਂਕਿ ਤੇਜ਼ਾਬ ਅੰਮ੍ਰਿਤ ਬਣ ਕੇ ਪੀਤਾ ਤੇ ਅੰਮ੍ਰਿਤ ਬਣ ਕੇ ਵਰਤਿਆ। ਪਰ ਜਿੱਥੇ ਜਿੱਥੇ ਛਿੱਟੇ ਪਏ ਉੱਥੇ ਉੱਥੇ ਉਹੀ ਸੀ ਤੇਜ਼ਾਬ ਬਣ ਕੇ ਸਾੜ ਦਿੱਤਾ। ਚੁੰਨੀ ਸੜ ਗਈ, ਬਸਤਾ ਸੜ ਗਿਆ, ਪਟਕੇ ਸੜ ਗਏ। ਕਿਉਂ? ਕਿਉਂਕਿ ਜਿੱਥੇ ਡਿੱਗਾ ਤੇਜ਼ਾਬ ਬਣ ਕੇ ਵਰਤਿਆ ਤੇ ਜੇ ਪੀਤਾ ਤੇ ਅੰਮ੍ਰਿਤ ਬਣ ਕੇ ਵਰਤਿਆ। ਦਿਓ ਜੈਕਾਰਾ ਸੰਗਤ ਜੀ ਗੱਜ ਕੇ। ਕਹਿਣ ਤੋਂ ਭਾਵ ਅੰਮ੍ਰਿਤ ਸਾਡੀ ਸ਼ਰਧਾ ਦੇ ਵਿੱਚ। ਆਖੋ ਜੇ ਸ਼ਰਧਾ ਰੱਖਾਂਗੇ ਉਹ ਸਰੋਵਰ ਦਾ ਜਲ ਵਾਕੇ ਅੰਮ੍ਰਿਤ ਬਣ ਕੇ ਵਰਤਦਾ, ਤੇਜ਼ਾਬ ਵੀ ਅੰਮ੍ਰਿਤ ਬਣ ਕੇ ਵਰਤ ਸਕਦਾ ਜੇ ਤੇਰੀ ਸ਼ਰਧਾ ਹੈਗੀ ਏ। ਤੇ ਜੇ ਸ਼ਰਧਾ ਨਹੀਂ ਹੈਗੀ ਤੇ ਗੁੱਸਾ ਨਾ ਕਰਿਓ, ਫਿਰ ਜਿਹੜਾ ਅੰਮ੍ਰਿਤ ਹੈ ਉਹ ਵੀ ਪਾਣੀ ਬਣ ਕੇ ਹੀ ਵਰਤਦਾ ਜੇ, ਉਹ ਵੀ ਨਹੀਂ ਕੋਈ ਸਵਾਰਦਾ। ਜੇ ਆਪਾਂ ਕਹਿੰਦੇ ਆ ਨਾ ਵੀ ਪੀਣ ਲੱਗਿਆ ਇੱਕ ਸਕਿੰਟ ਵੀ ਆ ਗਿਆ ਵੀ ਇਹ ਤੇ ਪਾਣੀ ਹੈ, ਇਹਨੇ ਮੇਰਾ ਕੀ ਇਲਾਜ ਕਰਨਾ, ਫਿਰ ਯਾਦ ਰੱਖਣਾ ਫਿਰ ਪਾਣੀ ਬਣ ਕੇ ਹੀ ਵਰਤੇਗਾ। ਆਖੋ ਇਸ ਕਰਕੇ ਸ਼ਰਧਾ ਨੂੰ ਨਾ ਜਾਣ ਦਿਓ, ਸ਼ਰਧਾ ਦਾ ਹੀ ਮੁੱਲ ਏ। ਆਓ ਸਾਰੇ ਜੀ ਸ਼ਬਦ ਦੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ। ਕੋਈ ਰਸਨਾ ਖਾਲੀ ਨਾ ਰਵੇ। ਬੇਅੰਤ ਸੰਗਤ ਵੱਲੋਂ, ਪ੍ਰਬੰਧਕਾਂ ਵੱਲੋਂ, ਕੀਰਤਨ ਦੇ ਸਰਕਾਰ ਵਜੋਂ ਬੇਅੰਤ ਮਾਇਆ ਜੋ ਹਾਜ਼ਰ ਹੋਈ ਏ, ਇਹ ਤੁਹਾਡੀ ਦਿੱਤੀ ਮਾਇਆ ਦਾ ਇੱਕ ਇੱਕ ਪੈਸਾ ਬਾਬੇ ਨਾਨਕ ਦੀਆਂ ਮਿਹਰਾਂ ਨੇ। ਭਾਈ ਗੁਰਿਕਵਾਲ ਸਿੰਘ ਜੀ ਸਾਡੇ ਮਹਾਂਪੁਰਸ਼, ਉਹਨਾਂ ਦੇ ਉਦਮ ਨਾਲ ਕਦੀ ਅੰਮ੍ਰਿਤਸਰ ਸਾਹਿਬ ਆਓ, ਆਪਣੀਆਂ ਅੱਖਾਂ ਨਾਲ ਵੇਖੋ। ਤਰਨ ਤਾਰਨ ਰੋਡ ਤੇ ਬੀਬੀ ਕੋਲਾਂ ਜੀ ਭਲਾਈ ਕੇਂਦਰ ਚੱਲਦਾ ਹੈ, ਜਿੱਥੇ ਸੰਗਤ ਜੀ ਤਕਰੀਬਨ 2600 ਪਰਿਵਾਰ ਵਿਧਵਾ ਬੀਬੀਆਂ ਦੇ ਰਾਸ਼ਨ ਲੈ ਰਹੇ ਨੇ। ਉਹ ਵਿਧਵਾਵਾਂ ਜਿਨ੍ਹਾਂ ਦੇ ਸਿਰ ਤੋਂ ਜਦੋਂ ਘਰ ਵਾਲੇ ਦੀ ਡੈਥ ਹੋ ਜੇ ਸਹੁਰੇ ਘਰੋਂ ਕੱਢ ਦਿੰਦੇ ਵੀ ਸਾਡਾ ਮੁੰਡਾ ਮਰ ਗਿਆ, ਅਸੀਂ ਨਹੀਂ ਰੱਖਣਾ, ਚਲੀ ਜਾ। ਉਹ ਵਿਧਵਾ ਬੀਬੀ ਪੇਕੇ ਆਉਂਦੀ ਏ, ਪੇਕੇ ਵਾਲੇ ਸਾਂਭਦੇ ਨਹੀਂ ਹੈਗੇ। ਪੇਕੇ ਵਾਲੇ ਕਹਿੰਦੇ ਸੀ ਇੱਕ ਵਾਰੀ ਵਿਆਹ ਤਾਂ ਅਸੀਂ ਦੁਬਾਰਾ ਕਿਉਂ ਪਾਲੀਏ। ਬੱਚੇ ਛੋਟੇ ਹੁੰਦੇ ਨੇ, ਚੰਗਿਆਂ ਘਰਾਣਿਆਂ ਦੀਆਂ ਹੋਣ ਕਰਕੇ ਮੰਗ ਵੀ ਨਹੀਂ ਸਕਦੀਆਂ। ਇਹੋ ਜਿਹੀਆਂ ਵਿਧਵਾ ਬੀਬੀਆਂ ਦੇ ਸਾਧ ਸੰਗਤ ਜੀ ਰਾਸ਼ਨ ਕਾਰਡ ਬਣਾ ਕੇ ਤੁਹਾਡੀ ਇਸੇ ਦਿੱਤੀ ਮਾਇਆ ਚੋਂ ਜਾਂ ਦਸਵੰਧ ਵਿੱਚੋਂ ਉਹਨਾਂ ਨੂੰ ਹਰ ਮਹੀਨੇ ਫ੍ਰੀ ਰਾਸ਼ਨ ਦਿੱਤਾ ਜਾਂਦਾ ਹੈ। ਕਿਸੇ ਨੂੰ 1000 ਰੁਪਇਆ ਮਹੀਨਾ, ਕਿਸੇ ਨੂੰ 1500 ਰੁਪਇਆ ਮਹੀਨਾ, ਜਿੰਨੀ ਉਹਨਾਂ ਦੇ ਬੱਚਿਆਂ ਅਨੁਸਾਰ ਉਹਨਾਂ ਨੂੰ ਲੋੜ ਹੋਵੇ। ਉਹਨਾਂ ਘਰ ਰੋਟੀ ਬਣਦੀ ਏ, ਸਬਜ਼ੀ ਬਣਦੀ ਏ, ਚੌਲ ਬਣਦੇ ਨੇ। ਤੁਹਾਡੀ ਸੰਗਤ ਨੂੰ ਅਸੀਸ ਲੱਗਦੀ ਏ ਕਿਉਂਕਿ ਤੁਹਾਡੀ ਮਾਇਆ ਨਾਲ ਉਹਨਾਂ ਦੇ ਚੁੱਲ੍ਹੇ ਬਲ ਰਹੇ ਹੈ। ਅੰਮ੍ਰਿਤਸਰ ਦੇ ਵਿੱਚ 2600 ਪਰਿਵਾਰ ਰਾਸ਼ਨ ਲੈਂਦੇ ਨੇ। ਇਹਦੀਆਂ ਬ੍ਰਾਂਚਾਂ 22 ਸ਼ਹਿਰਾਂ ਵਿੱਚ ਗੁਰੂ ਮਹਾਰਾਜ ਦੀ ਸੇਵਾ ਲੈ ਰਹੇ ਨੇ। ਜੰਡਿਆਲਾ, ਜਲੰਧਰ, ਲੁਧਿਆਣੇ, ਦਿੱਲੀ, ਬਰੇਲੀ, ਮੇਰਠ, ਅਹਿਮਦਾਬਾਦ, ਸੂਰਤ, ਨਾਸਿਕ, ਲਖਨਊ, ਇੱਦਾਂ 22 ਸ਼ਹਿਰਾਂ 'ਚ ਤਕਰੀਬਨ 8-9 ਹਜ਼ਾਰ ਵਿਧਵਾ ਬੀਬੀਆਂ ਦੇ ਪਰਿਵਾਰ ਗੁਰੂ ਦੀ ਮਿਹਰ ਨਾਲ ਫ੍ਰੀ ਰਾਸ਼ਨ ਲੈਂਦੇ ਨੇ। ਔਰ ਇਹਦੇ ਤੋਂ ਇਲਾਵਾ ਸੰਗਤ ਜੀ 2 ਹਸਪੀਟਲ ਪਹਿਲੇ ਚੱਲ ਰਹੇ ਸਨ, ਤੀਜਾ ਹਸਪਤਾਲ ਹੁਣ ਭਾਈ ਅਮਨਦੀਪ ਸਿੰਘ ਹੋਰਾਂ ਨੇ ਸੇਵਾ ਸ਼ੁਰੂ ਕੀਤੀ ਏ। 3 ਹਸਪੀਟਲ, 3 ਸਕੂਲ, 2 ਸਰਾਵਾਂ ਔਰ 2 ਇਤਿਹਾਸਕ ਗੁਰਦੁਆਰੇ। ਇੱਕ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਪੋਵਨ ਸਾਹਿਬ, ਇੱਕ ਭਾਈ ਤਾਰੂ ਸਿੰਘ ਜੀ ਦਾ ਜਨਮ ਸਥਾਨ ਪੁੱਲਾ ਸਾਹਿਬ। ਇਹਨਾਂ ਦੋਨਾਂ ਸ਼ਹੀਦ ਸਿੰਘਾਂ ਦੇ ਜਨਮ ਸਥਾਨਾਂ ਦੀ ਕਾਰ ਸੇਵਾ ਮੇਰੇ ਮਹਾਰਾਜ ਜੀ ਸਿਰ ਤੇ ਹੱਥ ਰੱਖ ਕੇ ਲੈ ਰਹੇ ਨੇ। ਆਓ ਸਾਰੇ ਕਿਰਪਾ ਕਰਿਓ, ਕੋਈ ਖਾਲੀ ਨਾ ਰਵੇ। ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਜਿਨ ਸਿਰਿਆ ਤਿਨੇ ਸਵਾਰਿਆ, ਜਿਨ ਸਿਰਿਆ ਤਿਨੇ ਸਵਾਰਿਆ। ਕਨ ਕਨ ਰਾਮਦਾਸ ਗੁਰੂ, ਕਨ ਕਨ ਰਾਮਦਾਸ ਗੁਰੂ। ਬੋਲੋ ਸਾਰੇ। ਜਿਨ ਸਿਰਿਆ ਧੰਨ ਧੰਨ ਰਾਮਦਾਸ ਗੁਰ, ਧੰਨ ਧੰਨ ਰਾਮਦਾਸ ਗੁਰ। ਸੰਗਤ ਬੋਲੇ ਜੀ। ਜਿਨ ਸਿਰੇ ਧੰਨ ਧੰਨ ਰਾਮਦਾਸ ਗੁਰ, ਧੰਨ
ਧੰਨ ਰਾਮਦਾਸ ਗੁਰੂ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਸੰਗਤ ਬੋਲੇ ਜੀ ਧੰਨ ਗੁਰੂ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਬੋਲੋ ਸਾਰੇ ਜਿਨ ਸਿਰਿਆ ਤਿਨੇ ਸਵਾਰਿਆ ਜਿਨ ਸਿਰਿਆ ਤਿਨੇ ਸਵਾਰਿਆ ਧੰਨ ਧੰਨ ਰਾਮਦਾਸ ਗੁਰੂ ਧੰਨ ਧੰਨ ਰਾਮਦਾਸ ਗੁਰੂ ਬੋਲੋ ਸਾਰੇ ਜਿਨ ਸਿਰਿਆ ਸਵਾਰਿਆ ਧੰਨ ਧੰਨ ਰਾਮਦਾਸ ਗੁਰ ਧੰਨ ਰਾਮਦਾਸ ਗੁਰ ਇੱਥੇ ਹੀ ਸਮਾਪਤੀ ਹੈ ਇੱਕ ਦੋ ਬੇਨਤੀਆਂ ਨੇ ਜ਼ਰੂਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲੇ ਦਿਹਾੜੇ ਨੂੰ ਸਮਰਪਿਤ ਸ੍ਰਿਸ਼ਟੀ ਦੀ ਚਾਦਰ ਭਗਤੀ ਲਹਿਰ ਇਹ ਅੰਮ੍ਰਿਤਸਰ ਸਾਹਿਬ ਵੱਲੋਂ ਚਲਾਈ ਗਈ ਸੀ ਲਿਖਣ ਭਗਤੀ ਇਹ ਤੁਹਾਨੂੰ ਪਤਾ ਹੈ ਮੈਂ ਇਹਦੀ ਡਿਟੇਲ 'ਚ ਨਹੀਂ ਜਾਵਾਂਗਾ 8 ਸਾਲ ਦੀ ਉਮਰ ਵਾਲੇ ਬੱਚਿਆਂ ਨੇ 6500 ਵਾਰੀ ਵਾਹਿਗੁਰੂ ਲਿਖਿਆ ਇਹ ਸਾਰਿਆਂ ਦੀਆਂ ਕਾਪੀਆਂ ਅੰਮ੍ਰਿਤਸਰ ਦੇ ਆਲੇ ਦੁਆਲੇ ਸੰਗਤਾਂ ਪਿੰਡਾਂ ਦੀਆਂ ਉਹ ਇਕੱਠੀਆਂ ਹੋ ਗਈਆਂ ਨੇ ਇੱਕ ਜ਼ਰੂਰੀ ਬੇਨਤੀ ਇਹ ਕਰਨੀ ਹੈ ਵੀ ਜਿਨ੍ਹਾਂ ਨੇ ਵਾਹਿਗੁਰੂ ਵਾਹਿਗੁਰੂ ਲਿਖਿਆ 40 ਕੁ ਸ਼ਹਿਰਾਂ ਦੀ ਡਿਟੇਲ ਜਸਪ੍ਰੀਤ ਸਿੰਘ ਜੀ ਕੋਮਲ ਭਾਜੀ ਕੋਲ ਆ ਗਈ ਹੈ ਤੁਹਾਡੇ ਸ਼ਾਹਜਹਾਨਪੁਰ ਦੇ ਬੱਚੇ ਬਰੇਲੀ ਦੇ ਆਲੇ ਦੁਆਲੇ 40 ਸ਼ਹਿਰਾਂ ਦੇ ਤੇ ਉਹ ਇਸੇ ਸਥਾਨ ਤੇ 24 ਤਰੀਕ ਰੱਖੀ 24 ਤਰੀਕ ਹਾਂਜੀ 24 ਤਰੀਕ 10 ਵਜੇ ਤੋਂ ਲੈ ਕੇ 5 ਵਜੇ ਤੱਕ ਇੱਥੇ ਆਲੇ ਦੁਆਲੇ ਦੀਆਂ ਸੰਗਤਾਂ ਤੱਕ ਅਨਾਉਂਸਮੈਂਟ ਪਹੁੰਚ ਜਾਏਗੀ ਜਿਹੜੇ ਤੁਸੀਂ ਆਏ ਹੋ ਬੱਚਿਆਂ ਨੂੰ ਦੱਸ ਦਿਓ ਜਿਨ੍ਹਾਂ ਬੱਚਿਆਂ ਨੇ ਕਾਪੀਆਂ ਤੇ ਵਾਹਿਗੁਰੂ ਵਾਹਿਗੁਰੂ ਲਿਖੇ ਉਹ ਆਪਣੀਆਂ ਕਾਪੀਆਂ ਲੈ ਕੇ ਇੱਥੇ ਆਣ 24 ਤਰੀਕ ਆਉਂਦੇ ਐਤਵਾਰ ਨੂੰ 10 ਵਜੇ ਤੋਂ ਲੈ ਕੇ 5 ਵਜੇ ਤੱਕ ਇੱਥੇ ਤੁਹਾਡੀਆਂ ਕਾਪੀਆਂ ਜਮ੍ਹਾਂ ਕੀਤੀਆਂ ਜਾਣਗੀਆਂ ਫਿਰ ਉਹ ਜਿਸ ਬੱਚੇ ਨੇ ਲਿਖੀਆਂ ਹੋਣਗੀਆਂ ਉਹਨੂੰ ਇੱਕ ਕੂਪਨ ਦੇ ਦਿੱਤਾ ਜਾਏਗਾ ਤੇ ਹਰੇਕ ਬੱਚੇ ਨੂੰ ਛੋਟੇ ਨਾਮ ਜਿਹੜੇ ਉਹ ਕੌਂਸੋਲੇਸ਼ਨ ਪ੍ਰਾਈਜ਼ ਉਹ ਨਾਲ ਹੀ ਦਿੱਤੇ ਜਾਣੇ ਆ ਛੋਟੇ ਬੱਚਿਆਂ ਵਾਸਤੇ ਬੋਤਲਾਂ ਵੱਡੇ ਬੱਚਿਆਂ ਵਾਸਤੇ ਸ਼ੋਲਡਰ ਜਿਹੜੇ ਬੈਗ ਹੁੰਦੇ ਆ ਲੈਪਟਾਪ ਵਾਲੇ ਇਹ ਸਾਰਿਆਂ ਨੂੰ ਮਿਲਣੇ ਆ ਜਿੰਨੇ ਵੀ ਲਿਖਿਆ ਤੇ ਨਾਲ ਉਹਨਾਂ ਨੂੰ ਇੱਕ ਕੂਪਨ ਦਿੱਤਾ ਜਾਏਗਾ ਉਹ ਕੂਪਨ ਦੀ ਦੂਜੀ ਕਾਪੀ ਅੰਮ੍ਰਿਤਸਰ ਪਹੁੰਚੇਗੀ ਤੇ ਉਹ 2 ਕੁ ਮਹੀਨਿਆਂ ਵਿੱਚ ਵੱਡਾ ਸਮਾਗਮ ਰੱਖ ਕੇ ਲਾਈਵ ਉਹਦੇ ਵਿੱਚ ਫਿਰ 400 ਵੱਡੇ ਨਾਮ ਕੱਢੇ ਜਾਣੇ ਆ ਜਿਹਦੇ 'ਚ ਇੱਕ ਐਕਟਿਵਾ ਹੈ 9 LED ਨੇ 9 ਹਾਰਮੋਨੀਅਮ ਨੇ 9 ਲੈਪਟਾਪ ਨੇ ਬਾਕੀ ਰਹਿ ਗਏ 372 ਤੇ 372 ਸਾਈਕਲ ਕੱਢੇ ਜਾਣਗੇ ਉਹ ਫਿਰ ਜਿੱਥੇ ਜਿੱਥੇ ਜਿਨ੍ਹਾਂ ਦੇ ਹੋਣਗੇ ਉਹ ਨਿਕਲਣਗੇ ਆਪਣੀ ਸਾਰੀ ਇਲਾਕੇ ਦੀ ਸੰਗਤ ਨੂੰ ਬੇਨਤੀ ਹੈ ਆਪਣੇ ਬੱਚਿਆਂ ਨੂੰ ਕਹਿ ਦਿਓ ਵੀ ਉਹ 24 ਤਰੀਕ ਨੂੰ ਕੋਮਲਵੀਰ ਜੀ ਨਾਲ ਕੰਟੈਕਟ ਕਰਕੇ ਇੱਥੋਂ ਦੇ ਸੰਗਤਾਂ ਨਾਲ ਪ੍ਰਬੰਧਕਾਂ ਨਾਲ ਕੰਟੈਕਟ ਕਰਕੇ ਇੱਥੇ ਸਾਰੇ ਲੱਗੇ ਹੋਣਗੇ ਸਟਾਲ ਉਹ ਕਾਪੀਆਂ ਬੱਚੇ ਕੋਲ ਜਮ੍ਹਾਂ ਕਰਾ ਕੇ ਤੇ ਉਹਨਾਂ ਨੂੰ ਕੂਪਨ ਦਿੱਤੇ ਜਾਣਗੇ ਦੂਜੀ ਬੇਨਤੀ ਕੋਮਲਵੀਰ ਜੀ ਵੱਲੋਂ ਆ ਵੀ ਇਹਨਾਂ ਨੇ ਬਾਹਰ ਮਹਾਂਪੁਰਸ਼ਾਂ ਦੀਆਂ ਸੀਡੀਆਂ ਮਹਾਂਪੁਰਸ਼ਾਂ ਦੀਆਂ ਕਿਤਾਬਾਂ ਹੱਥ ਲਿਖਤ ਤੇ ਸਟਾਲ ਲੱਗਾ ਹੋਇਆ ਉਹ ਸਾਰੀਆਂ ਸੀਡੀਆਂ ਦਾ ਵੀ ਸਟਾਲ ਕਿਤਾਬਾਂ ਦਾ ਵੀ ਸਿਰਫ ਸਲਾਹ ਮੈਗਜ਼ੀਨ ਜਿੰਨੇ ਬੁੱਕ ਕਰਾਉਣਾ ਹੋਵੇ ਉਹ ਵੀ ਬਾਹਰੋਂ ਕਰਾ ਸਕਦੇ ਹੈ ਹੁਣ ਮੈਨੂੰ ਸੰਗਤ ਵੱਲੋਂ ਤੇ ਕੋਮਲਵੀਰ ਵਜੋਂ ਹੁਕਮ ਹੈ ਵੀ 1 ਮਿੰਟ ਵਾਸਤੇ ਕਵਿਤਾ ਪੜ੍ਹੋ ਬਾਬਾ ਦੀਪ ਸਿੰਘ ਜੀ ਵਾਲੀ ਤੇ ਮੈਂ ਮਹਾਂਪੁਰਸ਼ਾਂ ਕੋ ਅੱਗੇ ਲਾਂਗਾ ਮੈਂ ਤਾਂ ਸਮਾਪਤੀ ਕਰਤੀ ਹੈ ਜੇ ਅੱਗੇ ਆ ਦਿਓ ਤੇ 1 ਮਿੰਟ ਹਾਜ਼ਰੀ ਲਾ ਲਈਏ ਸੰਗਤ ਦਾ ਹੁਕਮ ਹੈ ਇਹ ਦਾਸ ਤੋਂ ਬਾਅਦ ਕੋਮਲਵੀਰ ਜੀ ਅਨਾਉਂਸ ਕਰਨਗੇ ਜਿਹੜਾ ਤੁਸੀਂ ਜਪਜੀ ਸਾਹਿਬ ਦੇ ਖੁੱਲ੍ਹੇ ਪਾਠ ਸੁਖਮਣੀ ਸਾਹਿਬ ਦੇ ਚੌਪਈ ਸਾਹਿਬ ਮੂਲ ਮੰਤਰ ਇਹ ਜਪ ਤਪ ਦੀ ਸਾਰੀ ਹਾਜ਼ਰੀ ਲਵਾਉਣਗੇ ਸਾਰੀ ਅਨਾਉਂਸਮੈਂਟ ਕਰਨਗੇ ਬੋਲ ਕੇ ਆਓ 1 ਮਿੰਟ ਸੰਗਤ ਦਾ ਹੁਕਮ ਮੰਨਣਾ ਸਾਰੇ
ਹਾਜ਼ਰੀ ਲਾਈਏ ਜੀ। ਧੰਨ ਬਾਬਾ ਦੀਪ ਸਿੰਘ ਜੀ ਹਰ ਦੀਪ ਸਿੰਘ ਜੀ बोलो संगत बोले जी। संगत ज्यादा है तो तुसी बोल नहीं रहे। शाबाश है। करो कृपा सारे। धन बाबा दीप सिंह जी हर थां सहाई होना जी। पाओ तरला सारे। धन बाबा दीप सिंह जी हर थां सहाई होना जी। औखी घड़ी न देखण दे अपना बिरद संभाले। हाथ दे राखे अपने को सास सास प्रतिपाले। प्रभ से लाग रहो प्रभ से लाग रहो मेरा जीत आद अंत प्रभ सदा सहाय। धन हमारा मीत धन बाबा दीप सिंह जी हर थां सहाय होना जी। धन बाबा दीप सिंह जी हर थां सहाय होना जी। बोलो संगत बोलो जी। धन तू मेरा पिता तू है मेरा माता तू मेरा बंधु तू मेरा भ्राता तू मेरा रखा सबनी ताई। तू मेरा तू मेरा राखा सबने थाई सबने थाई। तू मेरा राखा सबनी थाए आपो के हाकाड़ा जियो। धन बाबा दीप सिंह जी हर थां सहाय होना जी। संगत बोलो जी। ओ मेरे बाबा जी हर थां सहाय होना जी। ओ हर थां सहाय होना जी। संगत बोलो जी हर थां सहाय। ओ बोलो सारे जी हर थां सहाय होना जी। इन्नी सेवा प्रवान करनी होइयां बेअंत आदियां बेअदियां त्रुटियां नच तारनियां। परम पूजनिक महापुरुष बाबा सुखदेव सिंह जी बाबा दलेर सिंह जी उन्हां दे करोड़ां वारी शुकराने है साडी गरीबां दी हाज़री प्रवान कीती है। सतगुरां दे शुकराने
ਇੱਥੋਂ ਦੀ ਸਾਰੀ ਪ੍ਰਬੰਧਕ ਕਮੇਟੀ, ਸਾਰੇ ਹੀ ਪ੍ਰਬੰਧਕਾਂ ਦਾ, ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜੋ ਇੰਨਾ ਮਾਣ ਪਿਆਰ ਸਤਿਕਾਰ ਬਖਸ਼ਿਆ ਹੈ। ਜਿਹੜੇ ਵਿਚੋਲੇ ਬਣੇ ਨੇ ਭਾਈ ਜਸਪ੍ਰੀਤ ਸਿੰਘ ਜੀ, ਕੋਮਲਵੀਰ ਜੀ, ਉਹਨਾਂ ਦਾ ਵਿਸ਼ੇਸ਼ ਧੰਨਵਾਦ। ਮਾਤਾ ਕੋਲਾਂ ਜੀ ਗੁਰਮੁਖ ਸੇਵਕ ਜੱਥਾ ਨਾਲ ਸੇਵਾ ਨਿਭਾਉਂਦੇ ਨੇ, ਨਾਲ ਇਹ ਸਾਲਾਨਾ ਪ੍ਰੋਗਰਾਮ ਕਰਕੇ ਸੰਗਤਾਂ ਦੇ ਦਰਸ਼ਨ ਕਰਵਾਏ ਅਤੇ ਅੱਗੋਂ ਵੀ ਇਸ ਬੱਚੇ ਦੇ ਸਿਰ 'ਤੇ ਅਸੀਸ ਭਰਿਆ ਹੱਥ ਰੱਖਣਾ, ਕਿਉਂਕਿ ਸੰਗਤ ਸਾਥ ਦੇਵੇ ਤਾਂ ਹੀ ਸੇਵਾਵਾਂ ਹੁੰਦੀਆਂ। ਇਹ ਬੱਚੇ ਨੂੰ ਆਪ ਸੰਗਤਾਂ ਦੀ ਭਰਪੂਰ ਸਹਿਯੋਗ ਦੀ ਲੋੜ ਹੈ। ਆਪ ਜੀ ਅਸੀਸਾਂ ਦੇਣੀਆਂ ਅਤੇ ਸਾਡੇ ਵੱਲੋਂ ਵੀ ਧੰਨਵਾਦ। ਫਤਿਹ ਬੁਲਾਇਓ ਔਰ ਫਤਿਹ 'ਚ ਅਸੀਸ ਦੇ ਦੇਣੀ ਕਿ ਸਤਿਗੁਰ ਅਖੀਰਲੇ ਸਵਾਸਾਂ ਤੱਕ ਇਸੇ ਤਰ੍ਹਾਂ ਨਿਸ਼ਕਾਮਤਾ ਨਾਲ ਸੇਵਾ ਲੈਂਦੇ ਰਹਿਣ। ਗੱਜ ਕੇ ਫਤਿਹ ਬੁਲਾਓ ਜੀ ਸਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਇੱਕ ਵਾਰੀ ਪਿਆਰ ਵੀ ਸਾਰੇ ਸੰਗਤ ਰਲ